ਸਾਹਿਬ ਜੀਓ ਦੋਹਰਾ ਸ਼ਾਨਵਾਜ ਗਰੋਰ ਵਧਿਓ ਸਿੰਘਨ ਕੋ ਤਬ ਮਾਰ ਕਹਿ ਪਾਤਸ਼ਾਹੀ ਮੈਂ ਕਰੂੰ ਜਾਂ ਦਿੱਲੀ ਤਖਤ ਸੰਭਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ। ਦਸਾਂ ਪਾਤਸ਼ਾਹੀਆਂ ਦੀ ਜੋਤ, ਜਾਗਦੀ ਜੋਤ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ, ਮਾਈ ਭਾਈ, ਸਭ ਵੱਡੇ ਭਾਗਾਂ ਵਾਲੇ ਭਾਈ, ਜਿਨ੍ਹਾਂ ਨੂੰ ਗੁਰੂ ਕਾ ਇਤਿਹਾਸ, ਗੁਰੂ ਕੀ ਕਥਾ ਸੁਣਨ ਦਾ ਇਹ ਸਮਾਂ ਮਿਲਿਆ ਹੈ। ਗੁਰੂ ਸਾਹਿਬ ਦਾ ਬਚਨ ਹੈ, ਜੋ ਇਹ ਕਥਾ ਸੁਨੇ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ। ਇਹ ਜੋ ਖਾਲਸਾ ਪੰਥ ਔਰ ਗੁਰੂ ਦੀ ਕਥਾ ਹੈ, ਸਰਗੁਣ ਸਰੂਪ ਹੈ ਪਰਮੇਸ਼ਰ ਦਾ। ਭਾਵਨਾ ਰੱਖਣ ਨਾਲ ਪ੍ਰਾਪਤੀ ਹੁੰਦੀ ਹੈ। ਸ਼ਰਧਾਵਾਨਮ ਲਭਤੇ ਗਿਆਨਮ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਰਮੇਸ਼ਰ ਨੇ 10 ਜਾਮੇ ਧਾਰਨ ਕੀਤੇ ਹਨ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਤੇ ਉਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਖਾਲਸੇ ਵਿੱਚ ਤੇ ਆਪਣੇ ਗ੍ਰੰਥ ਵਿੱਚ ਪ੍ਰਵਿਰਤ ਹੋ ਗਏ, ਲੀਨ ਹੋ ਗਏ। ਸਰੀਰ ਗੁਰੂ ਖਾਲਸੇ ਵਿੱਚ ਹੈ ਤੇ ਗੁਰੂ ਦੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਤੋ ਖਾਲਸੇ ਦਾ ਇਤਿਹਾਸ ਵੀ ਗੁਰੂ ਦਾ ਇਤਿਹਾਸ ਹੈ। ਸਿੱਖ ਗੁਰੂ ਦਾ ਰੂਪ ਹੈ, ਗੁਰੂ ਦਾ ਪੰਥ ਹੈ, ਗੁਰੂ ਦਾ ਮਿਸ਼ਨ ਹੈ। ਦੇਖੋ ਕਿੱਦਾਂ ਸਿੰਘਾਂ ਨੇ ਘਾਲਣਾ ਘਾਲੀ ਛੋਟੇ ਘੱਲੂਘਾਰੇ ਵਿੱਚ, ਜਿਹਦੀ ਕਥਾ ਆਪਾਂ ਕੱਲ ਪਰਸੋਂ ਕਈ ਦਿਨਾਂ ਤੋਂ ਸੁਣਦੇ ਆ ਰਹੇ ਸੀ। ਕਾਹਨੂੰਵਾਨ ਦੇ ਛੰਭ ਵਿੱਚ ਜੋ ਘੱਲੂਘਾਰਾ ਹੋਇਆ, ਉੱਥੇ ਕਿੰਨੀਆਂ ਸ਼ਹੀਦੀਆਂ ਹੋਈਆਂ, ਹਜ਼ਾਰਾਂ ਦੀ ਤਾਦਾਦ ਵਿੱਚ ਸਿੰਘ ਉੱਥੇ ਸ਼ਹੀਦ ਹੋ ਗਏ। ਬਹੁਤ ਭਾਰੀ ਜਾਨੀ ਮਾਲੀ ਨੁਕਸਾਨ ਖਾਲਸੇ ਦਾ ਹੋਇਆ। ਬਾਬਾ ਸੁੱਖਾ ਸਿੰਘ ਜੀ ਘੋੜ ਸਵਾਰਾਂ ਦੀ ਫੌਜ ਲੈ ਕੇ ਮਾਲਵੇ ਵੱਲ ਨੂੰ ਨਿਕਲ ਗਏ। ਜੈਤੋ ਭਾਈ ਸੁੱਖਾ ਸਿੰਘ ਨੇ ਜਾ ਕੇ ਆਪਣੀ ਲੱਤ ਦਾ ਇਲਾਜ ਕਰਾਇਆ। 6 ਮਹੀਨੇ ਮੰਜੇ ਤੇ ਪਿਆ ਰਿਹਾ। ਲੱਤ ਦਾ ਜਿਹੜਾ ਪੱਟ ਦਾ ਹਿੱਸਾ ਸੀਗਾ, ਕੂਲੇ ਤੋਂ ਲੈ ਕੇ ਗੋਡੇ ਦੇ ਵਿਚਕਾਰਲਾ, ਉਹ ਪੱਟ ਜਿਹੜਾ ਸੀ, ਹੱਡੀ ਚੂਰ ਹੋ ਗਈ ਸੀ ਬਿਲਕੁਲ। ਬੜੀ ਮੁਸ਼ਕਲ ਨਾਲ ਸੁੱਖਾ ਸਿੰਘ ਦੀ ਹੱਡੀ ਕਾਇਮ ਹੋਈ ਤੇ ਤੁਰਨ ਜੋਗਾ ਹੋਇਆ ਤੇ ਮਾਰ ਕੇ ਛਾਲ ਘੋੜੇ ਤੇ ਚੜ੍ਹ ਗਿਆ। ਉਧਰੋਂ ਹੋਰ ਵੀ ਇੱਦਾਂ ਸਾਰੇ ਹੀ ਸਿੰਘ, ਬਾਬਾ ਜੱਸਾ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਬਹੁਤ ਸਾਰੇ ਸਿੰਘ, ਗਿਆਨੀ ਗਿਆਨ ਸਿੰਘ ਜੀ ਹੋਰਾਂ ਨੇ ਤਵਾਰੀ ਗੁਰੂ ਖਾਲਸੇ 'ਚ ਲਿਖਿਆ ਵੀ ਕਿਹੜੇ ਕਿਹੜੇ ਪਿੰਡ ਵਿੱਚ ਕਿੱਥੇ ਕਿੱਥੇ ਸਿੰਘ ਠਹਿਰੇ ਹੋਏ ਸਨ। ਮਹਾਰਾਜਾ ਆਲਾ ਸਿੰਘ ਜੀ ਪਟਿਆਲੇ ਦਾ ਰਾਜਾ ਹੈ। ਇਹ ਉਦੋਂ ਬਰਨਾਲੇ ਰਹਿੰਦਾ ਸੀ। ਬਰਨਾਲੇ ਦਾ ਪਹਿਲਾਂ ਬਰਨਾਲਾ ਰਾਜਧਾਨੀ ਸੀ, ਫਿਰ ਪਟਿਆਲਾ ਬਣਾਇਆ ਸੀਗਾ ਸ਼ਹਿਰ। ਬਰਨਾਲੇ ਵਿੱਚ ਬਾਬਾ ਗਾਂਧਾ ਸਿੰਘ ਜੀ ਇੱਕ ਨਿਰਮਲੇ ਸੰਤ ਹੋਏ, ਮਹਾਂਪੁਰਸ਼, ਉਹਨਾਂ ਦਾ ਡੇਰਾ। ਉੱਥੇ ਲਗਭਗ 700 ਕਿੱਲਾ ਜ਼ਮੀਨ ਮਹਾਰਾਜਾ ਆਲਾ ਸਿੰਘ ਦੀ ਬੇਟੀ ਪ੍ਰਧਾਨ ਕੌਰ ਨੇ ਮਹਾਂਪੁਰਸ਼ਾਂ ਨੂੰ ਡੇਰਾ ਬਣਾਉਣ ਵਾਸਤੇ ਦਿੱਤੀ ਹੈ। ਉੱਥੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਕਈ ਮਹੀਨੇ ਠਹਿਰੇ ਤੇ ਉੱਥੇ ਹੀ ਬੁੱਢੇ ਦਲ ਦੇ ਕੋਲੋਂ ਆਲਾ ਸਿੰਘ ਨੇ ਅੰਮ੍ਰਿਤ ਛਕਿਆ। ਆਲਾ ਸਿੰਘ ਦੇ ਵੱਡੇ ਰਾਮ ਸਿੰਘ ਤ੍ਰਿਲੋਕ ਸਿੰਘ ਨੇ 10ਵੇਂ ਪਾਤਸ਼ਾਹ ਕੋਲੋਂ ਅੰਮ੍ਰਿਤ ਛਕਿਆ ਸੀਗਾ। ਆਲਾ ਸਿੰਘ ਨੇ ਬੁੱਢੇ ਦਲ ਦੇ ਜਥੇਦਾਰ ਬਾਬਾ ਕਪੂਰ ਸਿੰਘ ਜੀ ਨਵਾਬ, ਉਹਨਾਂ ਦੇ ਹੱਥੋਂ ਅੰਮ੍ਰਿਤ ਛਕਿਆ। ਕਹਿੰਦੇ ਆ ਜਿੰਨੇ ਸਿੰਘ ਉੱਥੇ ਬਾਬਾ ਕਪੂਰ ਸਿੰਘ ਜੀ ਨਵਾਬ ਦੇ ਨਾਲ ਘੋੜ ਸਵਾਰ ਬੁੱਢੇ ਦਲ ਦੇ ਵਿੱਚ ਸਨ, 2-2.5 ਹਜ਼ਾਰ ਸਿੰਘ ਸੀਗਾ। ਸਾਰਿਆਂ ਨੂੰ ਇੱਕ ਇੱਕ ਖੇਸ ਤੇ ਨਾਲ ਮਾਇਆ ਅਰਦਾਸੇ ਕਰਾਈ। ਤੇ ਰਾਣੀ ਜਿਹੜੀ ਸੀ ਫੱਤੋ ਰਾਣੀ, ਬਾਬੇ ਆਲਾ ਸਿੰਘ ਦੀ ਘਰ ਵਾਲੀ ਦਾ ਨਾਮ ਸੀ ਰਾਣੀ ਫਤਿਹ ਕੌਰ, ਪਰ
ਬੋਲੀ ਆਮ ਜਿਵੇਂ ਮਲਵਈਆਂ 'ਚ ਫੱਤੋ ਹੀ ਕਹਿੰਦੇ ਸੀ। ਰਾਣੀ ਫੱਤੋ ਉਹ ਆਪ ਲੰਗਰ ਵਰਤਾਇਆ ਕਰਦੀ ਸੀ। ਸਿੰਘਾਂ ਦੇ ਦਲ ਵਿੱਚ ਜਿੱਥੇ ਖਾਲਸਾ ਉੱਥੇ ਠਹਿਰਿਆ ਹੋਇਆ ਸੀਗਾ, ਮਹਾਰਾਣੀ ਨੇ, ਅਜੇ ਵੀ ਬਾਬੇ ਆਲਾ ਸਿੰਘ ਦੇ ਚੁੱਲ੍ਹੇ ਹਨ ਬਰਨਾਲੇ ਵਿੱਚ ਜਿੱਥੇ ਉਹ ਲੰਗਰ ਬਣਦਾ ਸੀਗਾ, ਤੇ ਮਹਾਰਾਣੀ ਆਪ ਲੰਗਰ ਛਕਾਉਂਦੀ ਸੀ। ਆਪ ਦਾਲ ਬਣਾਉਣੀ, ਸਬਜ਼ੀ ਬਣਾਉਣੀ ਆਪ ਉਹਨੇ, ਨਾਲ ਸੇਵਾਦਾਰਾਂ ਨੇ, ਲੋਕਾਂ ਨੇ, ਪਿੰਡ ਦਿਆਂ ਨੇ, ਇਲਾਕੇ ਦਿਆਂ ਨੇ, ਉਹਦੇ ਪਰਿਵਾਰ ਦੇ ਜੀਆਂ ਨੇ ਸੇਵਾ ਕਰਨੀ ਵੀ ਪੰਥ ਖਾਲਸਾ ਆਇਆ। ਇੱਕ ਦਿਨ ਕਹਿੰਦੇ ਦਾਲ ਪਤਲੀ ਬਣੀ ਤੇ ਇੱਕ ਨਿਹੰਗ ਸਿੰਘ ਦੇ ਬਾਟੇ 'ਚ ਪਾਈ ਦਾਲ, ਉਹ ਸੀ ਪਾਣੀ ਵਰਗੀ ਪਤਲੀ। ਉਹ ਕਹਿੰਦਾ ਮੈਂ ਕੀ ਕਰਾਂ? ਰਾਣੀ ਕਹਿੰਦੀ ਪਾ ਦੇ ਮੇਰੇ ਸਿਰ ਵਿੱਚ। ਉਹ ਉੱਠਿਆ ਤੇ ਉਹਨੇ ਤੱਤੀ ਤੱਤੀ ਦਾਲ ਰਾਣੀ ਦੇ ਸਿਰ 'ਚ ਸੱਚੀ ਮੁੱਚੀ ਪਾ ਦਿੱਤੀ। ਰਾਣੀ ਸੜਦੀ ਬਲਦੀ ਸਰਦਾਰ ਆਲਾ ਸਿੰਘ ਕੋ ਗਈ, ਕਹਿੰਦੀ ਆ ਜਿਹਨਾਂ ਨੂੰ ਲੰਗਰ ਛਕਾਉਂਦੇ ਹੋ ਵੇਖੋ ਉਹਨਾਂ ਦਾ ਹਾਲ, ਦਾਲ ਮੇਰੇ ਸਿਰ 'ਚ ਪਾਤੀ ਸੜਦੀ ਸੜਦੀ। ਆਲਾ ਸਿੰਘ ਬੜਾ ਗੁਰਮੁਖ ਸੀਗਾ, ਕਹਿਣ ਲੱਗਾ ਫੱਤੋ ਬੜੀ ਕਿਰਪਾ ਹੋ ਗਈ ਤੇਰੇ ਤੇ ਖਾਲਸੇ ਦੀ। ਕਹਿੰਦੇ ਤੁਰਕਾਂ ਨੇ ਤੱਤਾ ਤੇਲ ਪਾਉਣਾ ਸੀ ਤੇਰੇ ਸਿਰ ਵਿੱਚ, ਸਿੰਘ ਨੇ ਦਾਲ ਨਾਲ ਹੀ ਕੰਮ ਸਾਰਤਾ, ਹੁਣ ਤੁਰਕਾਂ ਦਾ ਤੇਲ ਨਹੀਂ ਪਏਗਾ। ਉਹ ਵੀ ਗੁਰਮੁਖ ਸੀਗੀ, ਸਮਝ ਗਈ। ਇੱਦਾਂ ਦੇ ਸਾਧ ਸੰਗਤ ਜੀ ਕੌਤਕ ਹੋਏ ਮਾਲਵੇ ਦੇ ਵਿੱਚ। ਹੋਰ ਵੀ ਬੜੇ ਪਿੰਡ ਨੇ, ਬਠਿੰਡਾ, ਰੂਪਾ ਭਾਈ ਕਾ, ਭਗਤਾ ਭਾਈ ਕਾ, ਇਸੇ ਤਰ੍ਹਾਂ ਬਰਨਾਲੇ ਦਾ ਇਲਾਕਾ, ਇਹ ਸਾਰੇ ਇਲਾਕੇ 'ਚ ਜੈਤੋ, ਰਾਮਪੁਰਾ ਫੂਲ, ਸਾਬੋ ਕੀ ਤਲਵੰਡੀ, ਇਹ ਜਿੰਨਾ ਇਲਾਕਾ ਸਿੰਘਾਂ ਦੇ ਕਿਤੇ 10 ਕਿਤੇ 20 ਕਿਤੇ 50 ਸਿੰਘ ਜਾ ਕੇ ਰਹੇ। ਸੱਟਾਂ ਸਾਰਿਆਂ ਨੂੰ ਲੱਗੀਆਂ ਹੋਈਆਂ ਸਨ, ਪਰਿਵਾਰ ਸਾਰਿਆਂ ਦੇ ਵਿਛੜੇ ਹੋਏ ਸਨ, ਸ਼ਹੀਦੀਆਂ ਬਹੁਤ ਹੋ ਚੁੱਕੀਆਂ ਸਨ। ਉਹਨਾਂ ਸਿੰਘਾਂ ਨੇ ਉੱਥੇ ਗੁਜ਼ਾਰਾ ਕੀਤਾ ਬੜਾ ਮੁਸ਼ਕਲ ਨਾਲ। ਫਿਰ ਸਾਧ ਸੰਗਤ ਜੀ 6 ਮਹੀਨੇ ਬਾਅਦ ਪੰਥ ਥੋੜਾ ਕਾਇਮ ਹੋ ਗਿਆ। ਤੇ ਉਧਰੋਂ ਜਿਹੜੇ ਸਿੰਘ ਪਹਾੜ ਨੂੰ ਗਏ ਸੀ, ਤੁਸੀਂ ਉਹਨਾਂ ਦੀ ਵੀ ਕਥਾ ਕੱਲ ਸੁਣੀ ਆ ਵੀ ਉਹ ਪਹਾੜਾਂ ਵਿੱਚ ਉਹ ਵੀ ਬੜੇ ਤੰਗ ਰਹੇ, ਖਰਚਾ ਕੋਈ ਹੈ ਨਹੀਂ ਸੀ। ਤੇ ਰਾਜੇ ਮੰਡੀ ਦੀ ਤੇ ਹੋਰ ਰਾਜਿਆਂ ਦੀ ਨੌਕਰੀ ਕਰਕੇ ਗੁਜ਼ਾਰਾ ਕੀਤਾ, ਤਨਖਾਹ ਲੈ ਕੇ ਫੌਜ ਦੇ ਵਿੱਚ ਭਰਤੀ ਹੋ ਗਏ। ਉੱਥੇ ਕੰਮਕਾਰ ਮਿਹਨਤ ਕਰਕੇ ਬੜੀ ਮੁਸ਼ਕਲ ਨਾਲ ਸਿਰਫ ਰੋਟੀ ਦਾ ਖਰਚਾ ਚੱਲਿਆ। ਤਨ ਤੇ ਢੱਕਣ ਨੂੰ ਕੱਪੜਾ ਵਧੀਆ ਨਹੀਂ ਮਿਲਿਆ, ਸਿਆਲ ਆ ਗਿਆ, ਫਿਰ ਥੱਲੇ ਉਤਰ ਆਏ। ਗਰਮੀ 'ਚ ਵੱਡਾ ਘੱਲੂਘਾਰਾ ਹੋਇਆ ਸੀ। ਮਈ ਦੇ ਮਹੀਨੇ 5-6 ਮਹੀਨੇ ਉੱਪਰ ਰਹਿ ਕੇ ਸਿੰਘ ਅਕਤੂਬਰ ਨਵੰਬਰ 'ਚ ਥੱਲੇ ਕੀਰਤਪੁਰ ਸਾਹਿਬ ਆ ਗਏ। ਹੁਣ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਭਰਾ ਕੁਝ ਮਾਲਵੇ 'ਚ ਬੈਠੇ ਹਨ। ਇੱਕ ਦੂਜੇ ਦੀ ਖਬਰਾਂ ਮੰਗਾਈਆਂ, ਇੱਕ ਦੂਜੇ ਨਾਲ ਰਾਬਤਾ ਕਾਇਮ ਕੀਤਾ। ਮਾਝੇ ਵਿੱਚ ਵੀ ਕਈ ਸਿੰਘ ਲੁੱਕ ਛਿਪ ਕੇ ਥੋੜ੍ਹੇ ਜਿਹੇ, ਉੱਥੇ ਵੀ ਟਾਈਮ ਘੱਟ ਰਹੇ ਸਨ, ਉਹਨਾਂ ਨੂੰ ਵੀ ਇਕੱਠੇ ਕਰਨ ਦਾ ਯਤਨ ਕੀਤਾ। ਦੁਆਬੇ ਦੇਸ਼ ਵਿੱਚੋਂ, ਮਾਲਵੇ ਵਿੱਚੋਂ ਸਿੰਘਾਂ ਦੀਆਂ ਖਬਰਾਂ ਇੱਕ ਦੂਜੀ ਨੂੰ ਮਿਲੀਆਂ ਹਨ। ਇੱਧਰ ਦਾ ਸਿੰਘ ਥੋੜ੍ਹੀ ਤਿਆਰੀ ਕਰ ਰਹੇ ਆ, ਸਿੰਘ ਉਸ ਮੁਸੀਬਤ ਵਿੱਚੋਂ ਮਸੀਂ ਨਿਕਲੇ ਹੈ। ਉਧਰ ਸਰਕਾਰ ਦੀ ਸੁਣ ਲਓ ਜਿਨ੍ਹਾਂ ਨੇ ਜ਼ੁਲਮ ਕੀਤਾ ਸੀ। ਸ਼ਾਹ ਨਵਾਜ਼ ਖਾਨ ਸੂਬਾ ਲਾਹੌਰ ਤੇ ਉਹਦਾ ਦੀਵਾਨ ਲੱਖੂ, ਇਹਨਾਂ ਦੇ ਉੱਤੇ ਪਰਮੇਸ਼ਰ ਨੇ ਫਿਰ ਪੁੱਠਾ ਗੇੜਾ ਕਿਵੇਂ ਦਿੱਤਾ? ਕਿਉਂਕਿ ਪਾਪੀ ਬੰਦਾ ਜਿਹੜਾ ਪਾਪ ਕਰਦਾ ਹੈ, ਗੁਰੂ ਕੇ ਸਿੱਖਾਂ ਨਾਲ, ਗੁਰੂ ਕੇ ਪਿਆਰਿਆਂ ਨਾਲ, ਬੇਦੋਸ਼ੀਆਂ ਨਾਲ, ਬੇਗੁਨਾਹਾਂ ਨਾਲ ਧੱਕਾ ਕਰਦਾ ਹੈ, ਉਹਨੂੰ ਵਾਹਿਗੁਰੂ ਵੱਲੋਂ ਸਜ਼ਾ ਤਾਂ ਮਿਲਦੀ ਹੈ। ਉਹ ਫਿਰ ਕੀ ਭਾਣਾ ਵਰਤਿਆ, ਹੁਣ ਸੁਣੋ ਕਥਾ। ਉਹ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ਼ਾਹ ਨਵਾਜ ਗੁਰੋਰ ਵਧਿਓ, ਸਿੰਘਨ ਕੋ ਤਬ ਮਾਰ। ਵੱਡੇ ਘੱਲੂਘਾਰੇ ਤੋਂ ਬਾਅਦ ਸ਼ਾਹ ਨਵਾਜ ਦਾ ਹੰਕਾਰ ਬਹੁਤ ਜ਼ਿਆਦਾ ਵੱਧ ਗਿਆ। ਸ਼ਾਹ ਨਵਾਜ ਇੰਨਾ ਖੁਸ਼ ਸੀ, ਉਹਨੂੰ ਇੰਨਾ ਆਪਣੇ ਆਪ ਤੇ ਗਰੂਰ ਹੋ ਗਿਆ, ਅਭਿਮਾਨ ਹੋ ਗਿਆ ਵੀ ਮੈਂ ਤਾਂ ਸਿੱਖ ਖਤਮ ਕਰ ਦਿੱਤੇ, ਸਿੱਖ ਭਜਾ ਦਿੱਤੇ ਹੈ, ਸਿੱਖਾਂ ਦੀ ਲੱਕ ਤੋੜਤੀ ਹੈ। ਮਾਝੇ 'ਚ ਸਿੱਖ ਜਿਉਂਦਾ ਛੱਡਿਆ ਕੋਈ ਨਹੀਂ। ਜਿਹੜੇ ਦੌੜ ਗਏ ਨੇ, ਜੇ ਉਹ ਆਣਗੇ ਮੈਂ ਉਹਨਾਂ ਨੂੰ ਵੀ ਖਤਮ ਕਰ ਦਿਆਂਗਾ। ਉਹ ਤਾਂ ਹੁਣ ਮਰਿਆਂ ਵਰਗੇ ਹੀ ਨੇ, ਕਿਉਂਕਿ ਜਿਹੜੇ ਸਿੰਘ ਉੱਥੋਂ ਨਿਕਲੇ ਸਨ ਕਾਹਨੂੰਵਾਨ ਦੇ ਛੰਭ ਵਿੱਚੋਂ, ਉਹ ਸਰਕਾਰ ਦੀ ਨਿਗਾਹ 'ਚ ਮਰਿਆਂ ਵਰਗੇ ਹੀ ਸਨ।
ਨਾ ਉਹਨਾਂ ਕੋਲ ਕੱਪੜਾ ਸੀ, ਨਾ ਉਹਨਾਂ ਕੋਲ ਰੋਟੀ ਸੀ, ਨਾ ਉਹਨਾਂ ਕੋਲ ਚੰਗੇ ਘੋੜੇ ਸਨ, ਨਾ ਉਹਨਾਂ ਕੋਲ ਹਥਿਆਰ ਸਨ, ਤੇ ਨਾ ਉਹਨਾਂ ਦੇ ਕੋਲ ਪੈਸੇ ਟਕੇ ਦਾ ਕੋਈ ਬੰਦੋਬਸਤ ਸੀ, ਤੇ ਨਾ ਹੀ ਹੁਣ ਉਹਨਾਂ ਦੀ ਉਨੀ ਤਗੜੀ ਜਥੇਬੰਦੀ ਰਹਿ ਗਈ ਸੀ। ਉਹ ਵਿਚਾਰੇ ਹਜ਼ਾਰਾਂ ਵਿੱਚੋਂ ਸੈਂਕੜਿਆਂ ਜੋ ਰਹਿ ਗਏ ਸਨ। ਇਸ ਕਰਕੇ ਉਹ ਜਿਹੜਾ ਸ਼ਾਹ ਨਵਾਜ਼ ਹੈ ਉਹਨੂੰ ਹੰਕਾਰ ਹੈ ਕਿ ਮੈਂ ਸਿੱਖਾਂ ਨੂੰ ਮਾਰ ਦਿੱਤਾ, ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ। ਕਹਿ ਪਾਤਸ਼ਾਹੀ ਮੈਂ ਕਰੂੰ ਜਾਂ ਦਿੱਲੀ ਤਖਤ ਸੰਭਾਰ। ਤੇ ਇਹ ਹੰਕਾਰ ਵਿੱਚ ਹੁਣ ਇਹ ਕਹਿਣ ਲੱਗ ਪਿਆ ਵੀ ਮੇਰੇ ਸਾਹਮਣੇ ਕੌਣ ਅੜ ਸਕਦਾ, ਮੈਂ ਤਾਂ ਹੁਣ ਦਿੱਲੀ ਜਾ ਕੇ ਸੰਭਾਲਣੀ ਹੈ, ਲਾਹੌਰ ਮੁਲਤਾਨ ਤਾਂ ਮੇਰਾ ਹੈ ਹੀ ਹੈ, ਮੈਂ ਦਿੱਲੀ ਦਾ ਬਾਦਸ਼ਾਹ ਬਣਨਾ। ਜਿਵੇਂ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈਣ ਲੱਗ ਜਾਂਦਾ ਹੈ, ਸਮਝੋ ਪੰਜਾਬ ਤੋਂ ਉੱਠ ਕੇ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਬਣਨ ਦੇ ਸੁਪਨੇ ਲੈਣ ਲੱਗ ਪਿਆ, ਸੋਚਣ ਲੱਗ ਪਿਆ। ਤੇ ਕਈ ਵਾਰੀ ਉਹਦੇ ਮੂੰਹ ਤੋਂ ਗੱਲ ਨਿਕਲ ਵੀ ਗਈ। ਹੰਕਾਰ 'ਚ ਜਦੋਂ ਬੰਦਾ ਹੁੰਦਾ, ਹਵਾ ਐਸੀ ਹੈ ਹੰਕਾਰ ਦੀ ਕਿ ਉਹ ਗੱਲ ਜਿਹੜੀ ਉਹਦੇ ਮੂੰਹ ਤੋਂ ਬੰਦੇ ਦੇ ਨਿਕਲ ਜਾਂਦੀ ਹੈ। ਤੇ ਜਿਹੜੀ ਗੱਲ ਕਹਿੰਦੇ ਨਾ ਮੂੰਹ ਤੋਂ ਨਿਕਲ ਜਾਏ, ਸਿਆਣੇ ਕਹਿੰਦੇ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾ ਦਿਆਂਗੀ। ਹੁਣ ਇਹ ਗੱਲ ਜਿਹੜੀ ਹੈ ਵੀ ਮੈਂ ਦਿੱਲੀ ਦਾ ਬਾਦਸ਼ਾਹ ਬਣਾਂਗਾ, ਉਹ ਦਿੱਲੀ ਵਾਲਿਆਂ ਨੂੰ ਵੀ ਖੁਟਕਣ ਲੱਗ ਪਈ ਵੀ ਇਹ ਤਾਂ ਸਾਨੂੰ ਹੀ ਪੈਣ ਨੂੰ ਫਿਰਦਾ, ਇਹ ਤਾਂ ਸਾਡੇ ਬਰਾਬਰ ਤਾਕਤ ਕਰ ਰਿਹਾ। ਸਾਰੇ ਪਾਸੇ ਉਹ ਪਰਮੇਸ਼ਰ ਨੇ ਪੁੱਠੀ ਖੇਡ, ਕਹਿੰਦੇ ਰੱਬ ਨਾ ਡਾਂਗੀ ਮਾਰਦਾ ਦੇ ਕੁਵੱਲੀ ਮੱਤ। ਰੱਬ ਕਿਸੇ ਨੂੰ ਡਾਂਗਾ ਨਹੀਂ ਮਾਰਦਾ, ਰੱਬ ਜਦੋਂ ਵੀ ਮਾਰਦਾ ਕੁਵੱਲੀ ਮੱਤ ਦੇ ਦਿੰਦਾ, ਪੁੱਠੀ ਮੱਤ ਦੇ ਦਿੰਦਾ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਦੋਂ ਕਿਸੇ ਦੇ ਬੰਦੇ ਦੇ ਭੈੜੇ ਦਿਨ ਆਉਂਦੇ ਉਹ ਗੱਲਾਂ ਭੈੜੀਆਂ ਕਰਨ ਲੱਗ ਜਾਂਦੇ, ਬਸ ਉਹ ਹੀ ਮਾਰ ਦਿੰਦੀਆਂ ਉਹਨੂੰ। ਹਾਂਜੀ। ਲੱਖੂ ਸ਼ਾਹ ਨਿਵਾਜ ਸਿਰ ਆਈ ਬੁਰਾਈ ਦੋਏ। ਲੱਖੂ ਤੇ ਸ਼ਾਹ ਨਵਾਜ, ਸ਼ਾਹ ਨਵਾਜ ਸੂਬੇਦਾਰ ਸੀ, ਲੱਖੂ ਉਹਦਾ ਦੀਵਾਨ ਸੀ। ਇਹਨਾਂ ਦੋਵਾਂ ਦੇ ਸਿਰ ਤੇ ਸਿੰਘਾਂ ਦੇ ਖੂਨ ਦਾ ਇਹ ਬੁਰਾਈ, ਉਹਨਾਂ ਦੇ ਸਿਰ ਤੇ ਕਲੰਕ ਲੱਗਣਾ ਸੀ, ਲੱਗ ਗਿਆ। ਹਜ਼ਾਰਾਂ ਸਿੰਘ ਕਤਲ ਕਰਨ ਤੋਂ ਬਾਅਦ ਲੱਖੂ ਸਿੱਖਾਂ ਦਾ ਕਾਤਲ ਤੇ ਸ਼ਾਹ ਨਵਾਜ ਸਿੱਖਾਂ ਦਾ ਕਾਤਲ ਸਾਬਤ ਹੋ ਗਏ। ਦੇਖੋ ਸਤਿਗੁਰ ਕੀ ਕਲਾ ਕਿਆ ਉਨ ਸਿਰ ਹੋਣੀ ਹੋਏ। ਪਰ ਗੁਰੂ ਦੀ ਖੇਡ ਬੜੀ ਨਿਆਰੀ ਹੈ। ਦੇਖੋ ਸਤਿਗੁਰੂ ਨਾਨਕ ਦੇਵ ਜੀ ਕੀ ਮਾਇਆ ਰਚਾਈ, ਹੋਣੀ ਉਹਨਾਂ ਦੇ ਸਿਰ ਆ ਗਈ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਉਹ ਪਾਪੀਆਂ ਦਾ ਬੇੜਾ ਗਰਕ ਹੋਣ ਦਾ ਟਾਈਮ ਆ ਗਿਆ ਹੈ। ਭਾਵੀ ਕੋ ਭਾਵਿਓ ਬੜ ਪਾਪੀਓ ਪਾਪ ਕਰਾਏ। ਭਾਈ ਸਾਹਿਬ ਜੀ ਲਿਖਦੇ ਆ ਵੀ ਭਾਵੀ ਕੀ ਕਰਦੀ ਹੈ, ਹੋਣੀ ਕੀ ਕਰਦੀ ਹੈ। ਹੋਣੀ ਕਿਸੇ ਦੇ ਸਿਰ 'ਚ ਡਾਂਗ ਸਿੱਧੀ ਨਹੀਂ ਮਾਰਦੀ। ਹੋਣੀ ਆ ਕੇ ਕਿਸੇ ਨੂੰ ਇਹ ਨਹੀਂ ਕਹਿੰਦੀ ਵੀ ਆ ਮੈਂ ਖੜੀ ਆ ਤੈਨੂੰ ਮਾਰਨ ਆਈ ਆ। ਹੋਣੀ ਦਿਸਦੀ ਥੋੜਾ। ਹੋਣੀ ਪਾਪੀ ਨੂੰ ਮਾਰਨ ਲਈ ਉਹਦੇ ਕੋਲ ਹੋਰ ਪਾਪ ਕਰਾਉਂਦੀ ਹੈ। ਉਹ ਹੋਰ ਪਾਪ ਕਰਕੇ ਖੁਸ਼ ਹੁੰਦਾ ਹੈ ਤੇ ਫਿਰ ਹੋਰ ਪਾਪ ਕਰਦਾ। ਬਸ ਉਹ ਮੱਕੜੀ ਜਿਵੇਂ ਆਪਣੇ ਜਾਲੇ 'ਚ ਆਪ ਹੀ ਫਸ ਜਾਂਦੀ ਹੈ, ਇਸ ਤਰ੍ਹਾਂ ਲੱਖੂ ਦਾ ਤੇ ਸ਼ਾਹ ਨਵਾਜ ਦਾ ਸਮਝੋ ਸਮਾਂ ਮਾੜਾ ਨੇੜੇ ਹੀ ਆ ਗਿਆ। ਪਾਰੋ ਪਾਰੋ ਹੋਏ ਵਜਣ ਤੇ ਬੇੜੋ ਪਰਿਓ ਡੁਬਾਏ। ਕਹਿੰਦੇ ਜਿਹਦੇ ਪੱਥਰ ਪਾਈ ਜਾਓ ਪਾਈ ਜਾਓ ਪਾਈ ਜਾਓ ਬੇੜੀ 'ਚ, ਤੇ ਬੇੜੀ ਨਾਲੋਂ ਭਾਰ ਜਿੰਨਾ ਕੁ ਚੱਲ ਸਕਦੀ ਉਹਦੇ ਨਾਲੋਂ ਜ਼ਿਆਦਾ ਹੋ ਜਾਏ ਫਿਰ ਉਹ ਬੇੜੀ ਡੁੱਬ ਜਾਂਦੀ ਹੈ। ਸੋ ਬੇੜੀ ਡੁੱਬਣ ਤੇ ਆ ਗਈ, ਪਾਪਾਂ ਦਾ ਭਾਰ ਹੋ ਗਿਆ। ਲੱਖੂ ਦੇ ਪਾਪ, ਸ਼ਾਹ ਨਵਾਜ ਦੇ ਪਾਪ ਉਹਨਾਂ ਨੂੰ ਲੈ ਬੈਠੇ। ਔਰ ਕਹਿਣ ਤਿਸ ਕਿਆ ਕਹੋ ਗੁਰ ਕਹਿਨੋ ਦਿਓ ਹਟਾਏ। ਪਾਪ ਤਾਂ ਉਹਨੇ ਬੜੇ ਕੀਤੇ। ਉਹਨੇ ਕੱਲਾ ਸਿੱਖਾਂ ਦਾ ਕਤਲ ਨਹੀਂ ਕੀਤਾ, ਉਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਂ ਲੈਣ ਤੇ ਵੀ ਪਾਬੰਦੀ ਲਾ ਦਿੱਤੀ। ਪੰਜਾਬ 'ਚ ਗੁਰੂ ਕਹਿਣ ਤੋਂ ਵੀ ਉਹਨੇ ਪਾਬੰਦੀ ਲਾਤੀ ਵੀ ਕੋਈ ਗੁਰੂ ਵੀ ਨਾ ਬੋਲੇ। ਗੁਰੂ ਤਾਂ ਕੀ ਕਹਿੰਦੇ, ਗੁੜ ਵੀ ਨਾ ਬੋਲੇ। ਵੀ ਗੁੜ ਕਹਿਣ ਦੇ ਨਾਲ ਵੀ ਗੁਰੂ ਨਿਕਲ ਜਾਂਦਾ ਮੂੰਹ ਤੋਂ, ਤੇ ਮੈਂ ਗੱਗਾ ਅੱਖਰ ਹੀ ਨਹੀਂ ਸੁਣਨਾ ਚਾਹੁੰਦਾ। ਗੁੜ ਕਹਿਨੇ ਮੈਂ ਗੁਰ ਸੁਣਿਓ ਮਠਿਆਈ ਦਿਓ ਆਖਾਏ। ਕਹਿਣ ਲੱਗਾ ਗੁੜ ਨੂੰ ਮਿੱਠਾ ਕਹਿ ਲਿਆ ਕਰੋ, ਗੁੜ ਨੂੰ ਭੇਲੀ ਕਹਿ ਲਿਆ ਕਰੋ, ਗੁੜ ਨੂੰ ਰੋੜੀ ਕਹਿ ਲਿਆ ਕਰੋ, ਪਰ ਗੁੜ ਨਾ ਕਿਹਾ ਕਰੋ। ਗੁੜ ਕਹਿਣ ਦੇ ਨਾਲ ਗੁਰੂ ਸੁਣਾਈ ਦਿੰਦਾ ਹੈ ਤੇ ਮੈਂ ਸੁਣਨਾ ਨਹੀਂ ਚਾਹੁੰਦਾ। ਮੇਰੇ ਕੰਨਾਂ 'ਚ ਗੁਰੂ ਦਾ ਨਾਂ ਨਹੀਂ ਪੈਣਾ ਚਾਹੀਦਾ। ਚੌਪਈ
ਤਬ ਲਖੂ ਨੇ ਹੋਕਾ ਦਿਵਾਇਓ। ਤਾਂ ਲੱਖੂ ਨੇ ਸਾਧ ਸੰਗਤ ਜੀ ਪੂਰੇ ਪੰਜਾਬ ਦੇ ਵਿੱਚ ਐਲਾਨ ਕਰਾ ਦਿੱਤਾ, ਸਰਕਾਰੀ ਹੋਕਾ ਫੇਰ ਦਿੱਤਾ। ਨਾਨਕੋ ਨਾਨੂ ਕਹਿਵਾਇਓ। ਕਹਿਣ ਲੱਗਾ ਨਾਨਕ ਨਹੀਂ ਕਹਿਣਾ, ਨਾਨੂ ਆਖਣਾ। ਕਿੱਡਾ ਹੰਕਾਰੀ ਸੀ ਪਾਪੀਓ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਨਾਮ ਵੀ ਬੇਅਦਬੀ ਨਾਲ ਲੈਣ ਲੱਗ ਪਿਆ। ਹਾਲਾਂਕਿ ਗੁਰੂ ਨਾਨਕ ਦੇ ਸਭ ਦੇ ਸਾਂਝੇ ਨੇ, ਹਿੰਦੂਆਂ ਦੇ, ਮੁਸਲਮਾਨਾਂ ਦੇ, ਸਿੱਖਾਂ ਦੇ, ਪਰ ਉਹ ਹੰਕਾਰੀ ਦੀ ਮੱਤ ਤੇ ਪੜਦਾ ਪਿਆ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਵੀ ਅੱਧਾ ਤੇ ਨਿਰਾਦਰੀ ਵਾਲਾ ਲੈਣਾ ਸ਼ੁਰੂ ਕਰ ਦਿੱਤਾ। ਨਾਨਕ ਬਾਣੀ ਜੋ ਸੁਣੈ ਜੋ ਕਾਣ। ਕਹਿ ਦਿੱਤਾ ਵੀ ਜਿਹੜਾ ਗੁਰੂ ਨਾਨਕ ਦੀ ਬਾਣੀ ਪੜ੍ਹੇਗਾ, ਗੁਰੂ ਨਾਨਕ ਦੀ ਬਾਣੀ ਸੁਣੇਗਾ, ਤਾਹੇ ਕਰਾਵੋ ਮੁਸਲਮਾਨ। ਉਹਨੂੰ ਮੈਂ ਕਤਲ ਕਰਾ ਦਿਆਂਗਾ ਜਾਂ ਉਹਨੂੰ ਮੁਸਲਮਾਨ ਬਣਨਾ ਪਏਗਾ। ਗ੍ਰੰਥ ਪੋਥੀ ਹੱਥ ਆਵੇ ਵਾਹੇ। ਲੱਖੂ ਦਾ ਇੰਨਾ ਸਖਤ ਆਰਡਰ ਹੋਇਆ ਵੀ ਪਿੰਡਾਂ ਵਿੱਚੋਂ, ਘਰਾਂ ਵਿੱਚੋਂ ਤਲਾਸ਼ੀਆਂ ਲੈ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀਆਂ, ਸੈਂਚੀਆਂ, ਗੁਟਕੇ, ਗੁਰਬਾਣੀ ਦੇ ਸਾਰੇ ਖੋਹ ਲਏ ਗਏ। ਉਹਨਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂ ਖੂਹਾਂ 'ਚ ਸੁੱਟ ਦਿੱਤਾ। ਮਦਰਿਆਏ ਡੁਬਾਵੇ ਤਾਹੇ। ਜਿਹਦੇ ਕੋਲੋਂ ਗੁਰਬਾਣੀ ਦੀ ਕੋਈ ਪੋਥੀ ਮਿਲ ਜਾਂਦੀ ਸੀ, ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਸੀ, ਉਹਨੂੰ ਦਰਿਆ ਵਿੱਚ ਰੋੜ ਦਿੰਦਾ ਸੀ। ਪੋਥੀਆਂ ਸਾਰੀਆਂ ਉਹਨੇ ਰੋੜ ਦਿੱਤੀਆਂ ਰਾਵੀ ਵਿੱਚ। ਕਹਿ ਮੈਂ ਨਾਨਕ ਪੰਥ ਮਿਟਾਉ। ਤੇ ਕਹਿੰਦਾ ਸੀ ਮੈਂ ਨਾਨਕ ਦਾ ਪੰਥ ਨਹੀਂ ਰਹਿਣ ਦੇਣਾ, ਮੈਂ ਨਾਨਕ ਖੱਤਰੀ ਦਾ ਪੰਥ ਮਿਟਾ ਦੇਣਾ ਹੈ। ਮੈਂ ਵੀ ਖੱਤਰੀ ਤੋ ਕਹਾਉ। ਨਾਨਕ ਖੱਤਰੀ ਸੀ, ਉਹਨੇ ਪੰਥ ਚਲਾਇਆ ਸੀ, ਤੇ ਮੈਂ ਵੀ ਖੱਤਰੀ ਹਾਂ। ਮੈਂ ਇਸ ਪੰਥ ਨੂੰ ਮਿਟਾ ਕੇ ਆਪਣੇ ਆਪ ਨੂੰ ਤਾਂ ਖੱਤਰੀ ਸਮਝਾਂਗਾ। ਦੋਹਰਾ ਜਬੈ ਜਗਤ ਮੈਂ ਯੋ ਸੁਣੀ, ਸੁਣੀ ਬਾਦਰ ਗਾਹੇ। ਦੁਨੀਆ 'ਚ ਹਾਹਾਕਾਰ ਮਚ ਗਈ। ਚਲੋ ਜਿਹੜੇ ਖਾੜਕੂ ਜੁਝਾਰੂ ਸਿੰਘ ਜੰਗਲਾਂ 'ਚ ਰਹਿੰਦੇ ਸੀਗੇ, ਉਹਨਾਂ ਨਾਲ ਤਾਂ ਇਹਦੀ ਦੁਸ਼ਮਣੀ ਸੀ, ਪਰ ਇਹਨੇ ਜਿਹੜੇ ਘਰਾਂ 'ਚ ਰਹਿੰਦੇ ਸਿੱਖ ਸੀਗੇ ਵਿਚਾਰੇ ਕਿਰਤ ਬਿਰਤੀ, ਉਹ ਵੀ ਨਹੀਂ ਬਖਸ਼ੇ, ਉਹ ਵੀ ਮਾਰ ਦਿੱਤੇ। ਹਿੰਦੂ ਜਿਹੜੇ ਸਹਿਜਧਾਰੀ ਗੁਰਬਾਣੀ ਪੜ੍ਹਦੇ ਸਨ, ਸਾਧ ਸੰਗਤ ਜੀ, ਕਦੀ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਸਰਗੋਧਾ, ਮਿੰਟ ਗੁਮਰੀ, ਲੈਲਪੁਰ, ਰਾਵਲਪਿੰਡੀ, ਪਾਕਿਸਤਾਨ ਦੇ ਜਿਹੜੇ ਸ਼ਹਿਰ ਹਨ, ਉਹਨਾਂ ਦੇ ਹਿੰਦੂ ਜਿਹੜੇ ਸਨ ਨਾ, ਪੰਜਾਬ 'ਚ ਹੁਣ ਆਏ ਹੈ। ਭਾਵੇਂ ਉਹ ਹਿੰਦੂ ਅਜੇ ਤੱਕ ਵੀ ਮੋਨੇ ਹੀ ਹਨ, ਪਰ ਇੱਕ ਗੱਲ ਪੱਕੀ ਹੈ ਵੀ ਉਹਨਾਂ ਦੇ ਪਿੰਡਾਂ 'ਚ ਪਾਕਿਸਤਾਨ ਵੀ ਮੰਦਿਰ ਨਹੀਂ ਸੀ ਹੁੰਦਾ, ਗੁਰਦੁਆਰਾ ਹੀ ਹੁੰਦਾ ਸੀ। ਉਹ ਗੁਰਬਾਣੀ ਹੀ ਪੜ੍ਹਦੇ ਸੀਗੇ। ਸਹਿਜਧਾਰੀ ਜਿਹੜੇ ਸਨ, ਗੁਰਬਾਣੀ ਤੋਂ ਬਿਨਾਂ ਕਿਸੇ ਨੂੰ ਇਸ਼ਟ ਨਹੀਂ। ਅਜੇ ਵੀ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਵੱਖੋ ਵੱਖ ਸ਼ਹਿਰਾਂ 'ਚ ਮੈਂ ਦੇਖਿਆ ਹੈ ਜਾ ਕੇ, ਅਜੇ ਤੱਕ ਵੀ ਉਹ ਗੁਰਬਾਣੀ ਤੇ ਹੀ ਨਿਸ਼ਚਾ ਰੱਖਦੇ ਹਨ। ਸੋ ਉਹ ਜਿਹੜੇ ਹਿੰਦੂ ਸਨ ਸਹਿਜਧਾਰੀ, ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ, ਉਹਨਾਂ ਦੇ ਘਰਾਂ 'ਚੋਂ ਵੀ ਪੋਥੀਆਂ ਕੱਢ ਕੱਢ ਕੇ ਤੇ ਲੱਖੂ ਨੇ ਸਾੜ ਦਿੱਤੀਆਂ ਗੁਰਬਾਣੀ ਦੀਆਂ। ਤੋ ਪਾਰਖਦ ਕਰਤੇ ਪੁੱਛੈ ਜੈ ਕਿਆ ਪਈ ਰਜਾਏ। ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਸਾਰੀਆਂ ਪੋਥੀਆਂ ਗ੍ਰੰਥ ਖਤਮ ਕਰ ਦਿੱਤੇ, ਤੇ ਇਹ ਜਿਹੜੀ ਪੁਕਾਰ ਸੀ ਨਾ ਧਰਤੀ ਦੀ, ਲੋਕਾਂ ਦੀ ਹਾਹਾਕਾਰ ਦਰਗਾਹ 'ਚ ਪਹੁੰਚੀ। ਜਦੋਂ ਦੁਨੀਆ ਦੁਖੀ ਹੁੰਦੀ ਹੈ ਨਾ, ਤੇ ਗਰੀਬ ਦੇ ਦਿਲ ਦੀ ਜਿਹੜੀ ਆਹ ਹੁੰਦੀ ਆ, ਉਸ ਵਾਹਿਗੁਰੂ ਦੇ, ਪਰਮੇਸ਼ਰ ਦੇ, ਅਕਾਲ ਪੁਰਖ ਦੇ ਦਰਬਾਰ 'ਚ ਪਹੁੰਚਦੀ ਹੈ। ਧਰਤੀ ਦੀ ਪੁਕਾਰ ਜਦੋਂ ਉੱਥੇ ਪਹੁੰਚੀ ਤੇ ਹਾਹਾਕਾਰ ਮਚੀ, ਪਰਮੇਸ਼ਰ ਨੇ ਦੇਖੀ, ਤਾਂ ਕਰਤੇ ਪੁਰਖ ਦੇ ਸੇਵਾਦਾਰਾਂ ਨੇ, ਜਿਹੜੇ ਦਰਗਾਹ 'ਚ ਬੈਠੇ ਮਹਾਪੁਰਸ਼, ਪੀਰ, ਪੈਗੰਬਰ, ਔਲੀਏ, ਰਿਸ਼ੀ ਮੁਨੀ, ਜਿਹੜੀਆਂ ਰੂਹਾਂ ਪਵਿੱਤਰ ਦੇਵੀ ਦੇਵਤੇ, ਉਹਨਾਂ ਨੇ ਅਕਾਲ ਪੁਰਖ ਨੂੰ ਆਖਿਆ। ਚੌਪਈ ਤਬੈ ਪਾਰਖਤ ਐਸੀ ਕਹੀ। ਉਹ ਕਹਿਣ ਲੱਗੇ, ਹੇ ਵਾਹਿਗੁਰੂ, ਇਹ ਦੁਨੀਆ ਤੇ ਕੀ ਹੋ ਰਿਹਾ? ਮਹਾਰਾਜ ਦੇਖੋ ਤਾਂ ਸਹੀ, ਦੇਵੀ ਦੇਵਤਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਅਕਾਲ ਪੁਰਖ ਦੇ ਦਰਬਾਰ 'ਚ ਪਹੁੰਚੇ ਪੀਰ ਪੈਗੰਬਰ ਜਿਹੜੇ ਉੱਤੇ ਦਰਗਾਹ 'ਚ ਖੜੇ ਹਨ, ਉਹਨਾਂ ਨੇ ਆਖਿਆ ਕਿ ਇਹ ਅਕਾਲ ਪੁਰਖ, ਦੁਨੀਆ ਦੇ ਵਿੱਚ ਤਾਂ ਨਿਗਾਹ ਮਾਰ, ਤੇਰੀ ਬਣਾਈ ਧਰਤੀ ਤੇ ਕਿੱਡਾ ਪਾਪ ਹੋ ਰਿਹਾ ਹੈ। ਨਾਨਕੀ ਨਿੰਦਿਆ ਜਗ ਪਈ। ਦੇਖੋ
ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿੰਦਾ ਹੋ ਰਹੀ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਬੇਅਦਬੀ ਹੋ ਰਹੀ ਹੈ। ਤੁਮ ਤਾਕੋ ਕੁਛ ਵਟਾ ਨਾ ਲਾਇਓ। ਇਹ ਅਕਾਲ ਪੁਰਖ ਜੀ ਤੁਸੀਂ ਚੁੱਪ ਕਰਕੇ ਬੈਠੇ ਹੋ। ਲੱਖੂ ਵਰਗੇ ਪਾਪੀ ਨੂੰ, ਸ਼ਾਹ ਨਵਾਜ਼ ਖਾਂ ਵਰਗੇ ਪਾਪੀ ਨੂੰ ਕੋਈ ਸਜ਼ਾ ਨਹੀਂ ਦਿਓਗੇ? ਇਹ ਪਾਪੀ ਜਿਹੜਾ ਜ਼ੁਲਮ ਕਰ ਰਿਹਾ ਹੈ, ਗਰੀਬਾਂ ਨੂੰ, ਨਿਮਾਣਿਆਂ ਨੂੰ, ਬੇਦੋਸ਼ੀਆਂ ਨੂੰ ਮਾਰ ਰਿਹਾ ਹੈ ਔਰ ਗੁਰਬਾਣੀ ਦੀਆਂ ਪੋਥੀਆਂ ਸਾੜ ਰਿਹਾ ਹੈ, ਗੁਰਬਾਣੀ ਦੀ ਬੇਅਦਬੀ ਕਰ ਰਿਹਾ ਹੈ, ਹੇ ਮਹਾਰਾਜ ਤੁਸੀਂ ਇਹਨੂੰ ਕੋਈ ਵੱਟਾ ਨਹੀਂ ਲਾਓਗੇ, ਭਾਵ ਇਹਨੂੰ ਕੋਈ ਸਜ਼ਾ ਨਹੀਂ ਦਿਓਗੇ? ਹਾਂਜੀ। ਯੋ ਆਂਦੇ ਰਹਵੈ ਜਗ ਮੈਂ ਆਇਓ। ਜੇ ਤੁਸੀਂ ਇਦਾਂ ਹੀ ਚੁੱਪ ਕਰਕੇ ਬੈਠੇ ਰਹੇ ਤਾਂ ਦੁਨੀਆ ਦੇ ਹਨੇਰਾ ਪੈ ਜਾਏਗਾ। ਗੁਰਬਾਣੀ ਦੀ ਜਦੋਂ ਬੇਅਦਬੀ ਹੁੰਦੀ ਹੈ ਉਦੋਂ ਦੁਨੀਆ ਦੇ ਸਾਧ ਸੰਗਤ ਜੀ ਬੜੇ ਭੁਚਾਲ ਆਉਂਦੇ ਹੈ, ਬੜੇ ਕਲੇਸ਼ ਹੁੰਦੇ ਆ। ਦੇਖੋ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੁਹਾਡੇ ਸਾਹਮਣੇ ਤੇ ਨਾਲ ਦੀ ਨਾਲ ਹੀ ਭੁਚਾਲ ਆਏ, ਨਾਲ ਦੀ ਨਾਲ ਹੀ ਦੁਨੀਆ ਹਿੱਲ ਗਈ ਸਾਰੀ। ਤੇ ਇਦਾਂ ਅਕਾਲ ਪੁਰਖ ਵਾਹਿਗੁਰੂ ਨੂੰ ਦੇਵਤਿਆਂ ਨੇ ਬੇਨਤੀ ਕੀਤੀ, ਮਹਾਰਾਜ ਦੇ ਗੁਰਬਾਣੀ ਦੀ ਬੇਅਦਬੀ ਹੋ ਰਹੀ ਹੈ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ। ਦੋਹਰਾ ਜਿਮਾ ਦੇਰ ਕਰ ਦੀਪ ਹੋਏ, ਮਦਸੂਰ ਚੜੇ ਆਕਾਸ। ਘਰ ਦੇ ਵਿੱਚ ਹਨੇਰਾ ਹੋਵੇ ਤੇ ਦੀਵਾ ਬਾਲ ਕੇ ਰੋਸ਼ਨੀ ਕਰ ਲਈਦੀ ਹੈ। ਜੇ ਸੰਸਾਰ ਦੇ ਵਿੱਚ ਹਨੇਰਾ ਹੋਵੇ ਤੇ ਸੂਰਜ ਨਾਲ ਰੋਸ਼ਨੀ ਹੁੰਦੀ ਹੈ। ਤਿੰਥੀ ਬਾਣੀ ਨਾਨਕ ਹੈ, ਸੁਣ ਜਗ ਹੋਤ ਪ੍ਰਕਾਸ਼। ਇਵੇਂ ਦੁਨੀਆ ਦੇ ਅੰਦਰ ਹਿਰਦੇ ਵਿੱਚ ਜਿਹੜਾ ਹਨੇਰਾ ਹੈ ਉਹਨੂੰ ਦੂਰ ਕਰਨ ਲਈ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਦੇਵਤੇ ਕਹਿੰਦੇ ਆ ਵੀ ਗੁਰੂ ਨਾਨਕ ਦੀ ਬਾਣੀ ਦੁਨੀਆ 'ਚ ਰੋਸ਼ਨੀ ਕਰਨ ਲਈ ਗਈ ਹੈ, ਦੁਨੀਆ ਦਾ ਹਨੇਰਾ ਦੂਰ ਕਰਦੀ ਗੁਰੂ ਬਾਬੇ ਦੀ ਬਾਣੀ। ਜਿਹੜਾ ਹਿੰਦੂ, ਮੁਸਲਮਾਨ, ਸਿੱਖ, ਈਸਾਈ ਕੋਈ ਵੀ ਇਨਸਾਨ ਬਾਣੀ ਪੜ੍ਹੇ ਉਹਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਉਹਦੇ ਅੰਦਰ ਸ਼ਾਂਤੀ ਹੁੰਦੀ ਹੈ, ਉਹਦੇ ਅੰਦਰ ਗਿਆਨ ਹੁੰਦਾ ਹੈ। ਚੌਪਈ ਤਬ ਕਰਤੇ ਨੇ ਇਉਂ ਫਰਮਾਈ। ਤੇ ਉਹਦੀ ਬਾਣੀ ਨਦੀਆਂ 'ਚ ਰੋੜੀ ਜਾ ਰਹੀ ਹੈ, ਉਹਦੀ ਬਾਣੀ ਅੱਗ ਲਾ ਲਾ ਕੇ ਸਾੜੀ ਜਾ ਰਹੀ ਹੈ, ਉਹਦੇ ਗੁਰਦੁਆਰੇ ਮੰਦਿਰ ਢਾਏ ਜਾ ਰਹੇ ਨੇ, ਉਹਦੇ ਸਿੱਖਾਂ ਨੂੰ ਕੋਹ ਕੇ ਮਾਰਿਆ ਜਾ ਰਿਹਾ ਹੈ। ਤੇ ਅਕਾਲ ਪੁਰਖ ਤੁਸੀਂ ਬੈਠੇ ਦੇਖ ਰਹੇ ਹੋ, ਇਹ ਜ਼ੁਲਮ ਬੜਾ ਹੋ ਰਿਹਾ। ਇਹ ਪੁਕਾਰ ਦੇਵਤਿਆਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਦੋਂ ਕੀਤੀ ਤਾਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਹੁਕਮ ਦਿੰਦੇ ਹਨ, ਨਿੰਦਕ ਦੇਹੋਂ ਸਜਾਏ ਬਨਾਈ। ਕਹਿਣ ਲੱਗੇ ਤੁਸੀਂ ਚਿੰਤਾ ਨਾ ਕਰੋ, ਵੇਖੋ ਤਾਂ ਸਹੀ ਥੋੜੇ ਦਿਨਾਂ ਨੂੰ ਮੈਂ ਨਿੰਦਕਾਂ ਦਾ ਕੀ ਹਾਲ ਕਰਾਂਗਾ। ਨਿੰਦਕ ਲੱਭਣਗੇ ਨਹੀਂ ਵੀ ਕਿੱਥੇ ਚਲੇ ਗਏ ਹਨ। ਜਿਨ ਕੀਨੀ ਸੋ ਤਿਸੇ ਪੁੰਚਾਵੋ। ਜਿਸ ਪਾਪੀ ਨੇ ਪਾਪ ਕੀਤਾ ਹੈ ਉਹਨੂੰ ਉਹਦੀ ਸਜ਼ਾ ਮੈਂ ਦਿਆਂਗਾ। ਤੁਰਤ ਸੋ ਤਿਨਹੀ ਆਗੇ ਲਿਆਵੋ। ਉਹਨਾਂ ਦੀ ਕਰਨੀ ਉਹਨਾਂ ਦੇ ਅੱਗੇ ਆਵੇਗੀ, ਜੈਸੀ ਕਰਨੀ ਵੈਸੀ ਭਰਨੀ ਉਹਨਾਂ ਨੂੰ ਪਵੇਗੀ। ਜੋ ਕੀਤਾ ਨਾ ਪਾਪ ਉਹਨਾਂ ਨੇ, ਗੁਰੂ ਘਰਾਂ ਦੀ ਬੇਅਦਬੀ, ਗੁਰਬਾਣੀ ਦੀ ਬੇਅਦਬੀ, ਗੁਰਸਿੱਖਾਂ ਦੇ ਕਤਲ, ਜੋ ਸਿੰਘਾਂ ਦੇ ਪਿੱਛੇ ਐਡਾ ਭਾਰੀ ਮਾਰੂ ਹੱਲਾ ਲੱਖੂ ਨੇ ਕੀਤਾ ਹੈ। ਅਕਾਲ ਪੁਰਖ ਜੀ ਕਹਿਣ ਲੱਗੇ ਬਸ ਥੋੜੇ ਦਿਨਾਂ ਨੂੰ ਐਸੀ ਬਿਉਂਤ ਮੈਂ ਬਣਾ ਦਿਆਂਗਾ, ਐਸੀ ਰਚਨਾ ਮੈਂ ਰਚ ਦਿਆਂਗਾ, ਲੱਖੂ ਤੇ ਸ਼ਾਹ ਨਵਾਜ਼ ਆਪਣੀ ਕੜਿੱਕੀ 'ਚ ਆਪ ਹੀ ਫਸ ਜਾਣਗੇ। ਜਬ ਕਰਤੇ ਨੇ ਐਸੀ ਕਹੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੀ ਨੇ ਐਸਾ ਬਚਨ ਕੀਤਾ, ਕਰਨੇ ਹਾਰ ਹਾਰਨ ਵੈਸੀ ਠਈ। ਕਰਨੇ ਹਾਰ ਭਾਵ ਹੋਣੀ ਜਿਹੜੀ ਹੈ, ਹੋਣੀ ਅਕਾਲ ਪੁਰਖ ਦੇ ਚਰਨਾਂ 'ਚ ਖੜੀ ਰਹਿੰਦੀ ਹੈ। ਅਕਾਲ ਪੁਰਖ ਦਾ ਹੁਕਮ ਉਡੀਕਦੀ, ਕੀ ਹੁਕਮ ਆਉਂਦਾ। ਜਦੋਂ ਪਰਮੇਸ਼ਰ ਦਾ ਹੁਕਮ ਆਉਂਦਾ ਵੀ ਆ ਕੰਮ ਕਰਦੇ ਤੇ ਹੋਣੀ ਉਸੇ ਵੇਲੇ ਤੁਰ ਪੈਂਦੀ ਹੈ। ਜਿਹੜੇ ਬੰਦੇ ਦੇ ਹੋਣੀ ਦਾ ਪ੍ਰਕੋਪ ਆਣਾ ਹੋਵੇ ਉਧਰ ਹੋਣੀ ਮੂੰਹ ਕਰ ਲੈਂਦੀ ਹੈ। ਹੋਣੀ ਦਾ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਚੱਲਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਾ ਕੁਝ ਹੁੰਦਾ ਉਹਦੇ ਹੁਕਮ ਵਿੱਚ ਹੀ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲਾ ਵਿਗਸੈ ਅੰਤਰਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾਵੈ। ਉਹਦੇ ਹੁਕਮ ਦੇ ਵਿੱਚ ਹੋਣੀ ਨੇ ਉਸੇ ਵੇਲੇ ਹੀ 7 ਬਚਨ ਕਹਿ ਕੇ ਚਾਲੇ ਪਾ ਦਿੱਤੇ। ਖੜੋ ਕਰਾਇਓ ਕਾਬਲੋ ਸ਼ਾਹੇ। ਹੋਣੀ ਨੇ ਕੀ ਕੀਤਾ ਕਿ ਲੱਖੂ ਨੂੰ ਤੇ ਸ਼ਾਹ ਨਵਾਜ਼ ਨੂੰ ਸਜ਼ਾ ਦਿਵਾਉਣ ਵਾਸਤੇ
ਇਦਾਂ ਦਾ ਮਾਹੌਲ ਬਣਾ ਦਿੱਤਾ ਕਿ ਕਾਬਲ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਪ੍ਰੇਰਣਾ ਦੇ ਦਿੱਤੀ ਵੀ ਤੂੰ ਪੰਜਾਬ ਤੇ ਹਮਲਾ ਕਰ ਦੇ, ਹਿੰਦੁਸਤਾਨ ਤੇ ਹਮਲਾ ਕਰ ਦੇ। ਸੋ ਅਹਿਮਦ ਸ਼ਾਹ ਅਬਦਾਲੀ ਤਿਆਰੀਆਂ ਕਰ ਰਿਹਾ ਸੀਗਾ ਵੀ ਮੈਂ ਹਿੰਦੁਸਤਾਨ ਨੂੰ ਲੁੱਟਾਂ ਜਾ ਕੇ, ਕਿਉਂਕਿ ਉਧਰ ਕਾਬਲ ਵੱਲ ਪਹਿਲਾਂ ਨਾਦਰ ਸ਼ਾਹ, ਉਹ ਅਹਿਮਦ ਸ਼ਾਹ ਅਬਦਾਲੀ ਦਾ ਉਸਤਾਦ ਸੀਗਾ। ਨਾਦਰ ਸ਼ਾਹ ਅਬਦਾਲੀ ਉਹਦੇ ਕੋਲ ਨੌਕਰ ਸੀਗਾ। ਨਾਦਰ ਦੇ ਮਰਨ ਪਿੱਛੋਂ ਸਨ 1739 ਤੋਂ ਬਾਅਦ ਉਹਦੀ ਸਾਰੀ ਫੌਜ ਦਾ ਮਾਲਕ ਅਬਦਾਲੀ ਬਣ ਗਿਆ। ਅਹਿਮਦ ਸ਼ਾਹ ਦੁਰਾਨੀ ਜਿਹਨੂੰ ਕਹਿੰਦੇ ਆ, ਕਹਿੰਦੇ ਨੇ ਵੀ ਨਾਦਰ ਦਾ ਕਤਲ ਵੀ ਅਬਦਾਲੀ ਨੇ ਕਰਾਇਆ ਸੀਗਾ। ਉਹਨੂੰ ਮਰਵਾ ਕੇ ਉਹਦੀ ਸਾਰੀ 2.5-3 ਲੱਖ ਫੌਜ, ਉਹਦੀ ਮੁਲਕ, ਉਹਦੀ ਰਿਆਸਤ, ਉਹਦਾ ਖਜ਼ਾਨਾ ਸਾਰਾ ਸਾਂਭ ਗਿਆ। ਨਾਦਰ ਦਾ ਜਿਹੜਾ ਇਹ ਚੇਲਾ ਸੀਗਾ ਅਹਿਮਦ ਸ਼ਾਹ ਅਬਦਾਲੀ, ਇਹਨੂੰ ਪਤਾ ਸੀ ਕਿ ਹਿੰਦੁਸਤਾਨ 'ਚ ਮਾਲ ਬਹੁਤ ਹੈ ਮੁਗਲਾਂ ਦੇ ਕੋਲ, ਤੇ ਮੁਗਲਾਂ ਦੇ ਪਠਾਣਾਂ ਦੀ ਬਹੁਤ ਪੁਰਾਣੀ 400-500 ਸਾਲ ਪੁਰਾਣੀ ਦੁਸ਼ਮਣੀ ਹਿੰਦੁਸਤਾਨ ਦੇ ਮਾਮਲੇ ਵਿੱਚ ਚੱਲੀ ਆਉਂਦੀ ਹੈ। ਮੁਗਲ ਪਠਾਣਾ ਭਈ ਲੜਾਈ ਗੁਰੂ ਗ੍ਰੰਥ ਸਾਹਿਬ 'ਚ ਵੀ ਜ਼ਿਕਰ ਆਉਂਦਾ। ਇਹ ਮੁਗਲਾਂ ਦੇ ਪਠਾਣਾਂ ਦੀ ਬੜੀ ਪੁਰਾਣੀ ਲੜਾਈ ਹੈ, ਅੱਜ ਦੀ ਨਹੀਂ। ਖਾਨਦਾਨੀ ਦੁਸ਼ਮਣੀ ਚੱਲੀ ਆਉਂਦੀ, ਕਦੀ ਉਹ ਬਾਦਸ਼ਾਹ ਬਣ ਜਾਂਦੇ ਸੀ, ਕਦੀ ਉਹ ਬਣ ਜਾਂਦੇ ਸੀ, ਕਦੀ ਮੁਗਲਾਂ ਦਾ ਕਬਜ਼ਾ ਹਿੰਦੁਸਤਾਨ ਤੇ ਹੋ ਜਾਂਦਾ ਸੀ, ਕਦੀ ਪਠਾਣਾ ਦਾ ਕਬਜ਼ਾ ਹੋ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ ਜਦੋਂ ਹੋਇਆ ਉਦੋਂ ਪਠਾਣਾ ਦਾ ਕਬਜ਼ਾ ਸੀਗਾ। ਸਿਕੰਦਰ ਲੋਧੀ, ਇਬਰਾਹਿਮ ਲੋਧੀ ਇਹ ਪਠਾਨ ਬਾਦਸ਼ਾਹ ਸਨ। ਦੌਲਤ ਖਾਨ ਲੋਧੀ ਪਠਾਨ ਸੀ, ਜਿਹਦੇ ਕੋਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੋਦੀ ਖਾਨਾ ਕਰਿਆ ਕਰਦੇ ਸਨ। ਦੌਲਤ ਖਾਨ ਲੋਧੀ ਦੇ ਪੁੱਤਰਾਂ ਨੂੰ ਸਿਕੰਦਰ ਲੋਧੀ ਨੇ ਕਤਲ ਕਰਵਾ ਦਿੱਤਾ ਸੀਗਾ, ਤੇ ਦੌਲਤ ਖਾਨ ਲੋਧੀ ਆਪਣੇ ਪੁੱਤਰਾਂ ਦਾ ਬਦਲਾ ਲੈਣ ਲਈ ਗੁਰੂ ਨਾਨਕ ਦੇਵ ਜੀ ਕੋਲ ਐਮਨਾਬਾਦ ਪਹੁੰਚਿਆ ਸੀਗਾ। ਤੇ ਉਸਨੇ ਆਖਿਆ ਸੀ, ਮਹਾਰਾਜ ਤੁਹਾਡੇ ਬਚਨ ਨਾਲ ਮੇਰੇ ਜਿਹੜੇ 2 ਪੁੱਤਰ ਪੈਦਾ ਹੋਏ ਉਹ ਮਾਰ ਦਿੱਤੇ ਬਾਦਸ਼ਾਹ ਨੇ, ਤੁਸੀਂ ਕਿਰਪਾ ਕਰੋ ਮੇਰੇ ਪੁੱਤਰਾਂ ਦਾ ਬਦਲਾ ਲੈ ਕੇ ਦਿਓ। ਮਹਾਰਾਜ ਕਹਿਣ ਲੱਗੇ ਜਾ ਬਾਬਰ ਨੂੰ ਲੈ ਕੇ ਆ। ਤੇ ਬਾਬਰ ਫਿਰ ਆਇਆ ਸੀ ਹਿੰਦੁਸਤਾਨ ਵਿੱਚ, ਤੇ ਗੁਰੂ ਨਾਨਕ ਸਾਹਿਬ ਨੂੰ ਨੇ ਬੇਨਤੀ ਕੀਤੀ ਸੀ ਮੈਨੂੰ ਰਾਜ ਬਖਸ਼ਿਸ਼ ਕਰੋ। ਮਹਾਰਾਜ ਨੇ 7 ਪੁਸਤਾਂ ਦਾ ਰਾਜ ਦਿੱਤਾ ਸੀਗਾ, ਤੇ ਬਾਬਰ ਦੇ ਜ਼ੁਲਮਾਂ ਦਾ ਵੀ ਉਹਨਾਂ ਨੇ ਉਹਦੇ ਸਾਹਮਣੇ ਜ਼ਿਕਰ ਕਰ ਦਿੱਤਾ ਸੀ ਵੀ ਤੂੰ ਆ ਜ਼ੁਲਮ ਕੀਤੇ ਹਨ। ਤੇ ਸਾਧ ਸੰਗਤ ਜੀ, ਉਹ ਮੁਗਲਾਂ ਤੇ ਪਠਾਣਾਂ ਦੀ ਜਿਹੜੀ ਲੜਾਈ ਉਹ ਫੇਰ ਧੁਖਦੀ ਰਹੀ। ਨਾਦਰ ਦੇ ਟਾਈਮ ਤੇ ਅਬਦਾਲੀ ਦੇ ਟਾਈਮ ਤੇ ਫੇਰ ਪਠਾਣਾਂ ਦੀ ਤਾਕਤ ਬਣ ਗਈ। ਪਠਾਣਾਂ ਨੇ ਦੇਖਿਆ ਵੀ ਮੁਗਲ ਕਮਜ਼ੋਰ ਹੋ ਗਏ ਨੇ, ਪੰਜਾਬ ਵਿੱਚ ਸਿੱਖਾਂ ਨੇ ਮੁਗਲਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਨੇ। ਉਧਰੋਂ ਦੱਖਣ ਭਾਰਤ 'ਚ ਮਰਾਠਿਆਂ ਨੇ ਮੁਗਲਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਮਥੁਰਾ ਦੇ ਇਲਾਕੇ 'ਚ ਇੱਕ ਜਾਟ ਸੀਗਾ ਭਰਤਪੁਰ ਦਾ ਰਾਜਾ ਜਵਾਹਰ ਮੱਲ, ਉਹਨੇ ਬਹੁਤ ਵੱਡਾ ਏਰੀਆ ਮੁਗਲਾਂ ਕੋਲੋਂ ਖੋਹ ਲਿਆ। ਉਧਰੋਂ ਫਰਾਂਸੀਸ ਜਿਹੜੇ ਸਨ, ਪੁਰਤਗਾਲ ਈਸਟ ਇੰਡੀਆ ਕੰਪਨੀ ਜਿਹੜੀ ਫਰਾਂਸੀਸੀਆਂ ਦੀ ਸੀ, ਉਹਨਾਂ ਨੇ ਵੀ ਕਾਫੀ ਇਲਾਕੇ ਤੇ ਕਬਜ਼ਾ ਕਰ ਲਿਆ, ਜਿਸ ਕਰਕੇ ਮੁਗਲ ਦਿੱਲੀ ਜੋਗੇ ਰਹਿ ਗਏ। ਤੇ ਹੁਣ ਬਾਦਸ਼ਾਹ ਅਬਦਾਲੀ ਸੋਚਦਾ ਹੈ ਕਿ ਹਿੰਦੁਸਤਾਨ 'ਚ ਮੁਗਲਾਂ ਦੀ ਤਾਕਤ ਘਟ ਰਹੀ ਹੈ ਤੇ ਮੈਂ ਚੱਲ ਕੇ ਹਿੰਦੁਸਤਾਨ ਨੂੰ ਲੁੱਟ ਲਵਾਂ। ਸੋ ਤੁਰਾਇਓ ਲੋਹਰੇ ਰਾਹੇ। ਪਰਮੇਸ਼ਰ ਨੇ ਹੋਣੀ ਭੇਜ ਦਿੱਤੀ। ਹੋਣੀ ਤਾਂ ਇਵੇਂ ਹੀ ਆਉਂਦੀ, ਕੋਈ ਬਹਾਨਾ, ਰੱਬ ਆਪ ਥੋੜਾ ਆਉਂਦਾ ਮਾਰਨ, ਉਹ ਕੋਈ ਨਾ ਕੋਈ ਦੁਸ਼ਮਣ ਪੈਦਾ ਕਰ ਦਿੰਦਾ। ਉਹ ਪਰਮੇਸ਼ਰ ਦਾ ਭਾਣਾ ਵਰਤਿਆ, ਅਬਦਾਲੀ ਲਾਹੌਰ ਨੂੰ ਤੁਰ ਪਿਆ। ਜਿਮ ਕੰਟੇ ਸੋ ਕੰਟਾ ਨਿਕਾਰਣ। ਜਿਵੇਂ ਕੰਡੇ ਨਾਲ ਕੰਡਾ ਕੱਢੀਦਾ, ਪੈਰ 'ਚ ਕੰਡਾ ਲੱਗ ਜੇ, ਦੂਜਾ ਕੰਡਾ ਲੈ ਕੇ ਉਹਨੂੰ ਕਰੇੜ ਕੇ ਸਿਆਣੇ ਕੱਢ ਲੈਂਦੇ, ਕੰਡੇ ਨਾਲ ਹੀ ਕੰਡਾ ਕੱਢਦੇ ਹਨ। ਜਿਵੇਂ ਕੰਡੇ ਨਾਲ ਕੰਡਾ ਕੱਢੀਦਾ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਦੁਸ਼ਟਾਂ ਨੂੰ ਮਾਰਨ ਲਈ ਦੁਸ਼ਟ ਹੀ ਪੈਦਾ ਹੁੰਦੇ ਆ, ਪਰ ਪਰਮੇਸ਼ਰ ਆਪ ਹੀ ਵਿਧ ਬਣਾ ਦਿੰਦਾ। ਲੱਖੂ ਦੁਸ਼ਟ ਸੀਗਾ, ਸ਼ਾਹ ਨਵਾਜ਼ ਨੂੰ ਇੰਨਾ ਹੰਕਾਰ ਸੀ ਕਿ ਉਹ ਕਹਿੰਦਾ ਸੀ ਹੁਣ ਤਾਂ ਪੰਜਾਬ 'ਚ ਸਿੱਖ ਨਹੀਂ ਦਿਸਣ ਮੈਂ ਦਿਆਂਗਾ, ਤੇ ਦਿੱਲੀ ਵੀ ਮੇਰਾ ਹੀ ਰਾਜ ਹੋਣਾ, ਮੈਂ ਦਿੱਲੀ ਦਾ ਬਾਦਸ਼ਾਹ ਬਣਨਾ ਥੋੜੇ ਦਿਨਾਂ ਨੂੰ। ਪਰ ਸ਼ਾਹ ਨਵਾਜ਼ ਦੀ ਲੱਕ ਤੋੜਨ ਲਈ, ਲੱਖੂ ਦਾ ਹੰਕਾਰ ਤੋੜਨ ਲਈ ਅਬਦਾਲੀ ਆ ਗਿਆ ਚੜ ਕੇ। ਤਿਮ ਤੁਰਕਨ ਕੋ ਤੁਰਕ ਸੋ ਗਾਰਨ। ਇਹਨਾਂ ਦੁਸ਼ਟਾਂ ਨੂੰ, ਤੁਰਕਾਂ ਨੂੰ ਗਾਰਨ ਲਈ ਉਹ ਮੁਗਲ ਪਠਾਨ ਬਾਦਸ਼ਾਹ ਆ ਗਿਆ ਮੁਗਲਾਂ ਨੂੰ ਗਾਲਣ ਵਾਸਤੇ। ਦੋਹਰਾ
1874 ਉਠਿਓ ਉਤਸ ਉਪਦਰ ਤਾਏ। 1874 4 ਉੱਤੇ 1804 1803 ਦੇ ਵਿੱਚ ਛੋਟਾ ਘੱਲੂਘਾਰਾ ਆਪਾਂ ਸੁਣਿਆ। 1803 ਬਿਕਰਮੀ ਹੈ, 1746 ਈਸਵੀ, ਤੇ ਉਸ ਤੋਂ ਇੱਕ ਸਾਲ ਉੱਪਰ ਲਾ ਲਓ ਵੀ 1747 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਤਿਆਰੀਆਂ ਕੱਸ ਲਈਆਂ। ਨਾਦਰ ਸ਼ਾਹ ਕੋ ਮਾਰ ਕੇ ਆਇਓ ਅਹਿਮਦ ਸ਼ਾਹੀ। ਨਾਦਰ ਨੂੰ ਮਾਰਨ ਤੋਂ ਬਾਅਦ ਉਹਦੀਆਂ ਫੌਜਾਂ ਦਾ ਮਾਲਕ ਬਣ ਚੁੱਕਾ ਸੀ ਅਹਿਮਦ ਸ਼ਾਹ ਅਬਦਾਲੀ। ਉਹ ਹੁਣ ਹਿੰਦੁਸਤਾਨ ਨੂੰ ਲੁੱਟਣ ਲਈ ਪਹਿਲੀ ਵਾਰ 1747 ਨੂੰ ਚੱਲ ਪਿਆ। ਚੌਪਈ ਤੰਬੂਰ ਸ਼ਾਹ ਉਸ ਬੇਟਾ ਥੋਊ। ਉਹਦਾ ਇੱਕ ਬੇਟਾ ਸੀ ਤਮੂਰ ਸ਼ਾਹ, ਸ਼ਾਹ ਤਮੂਰ ਵੀ ਕਹਿ ਦਿੰਦੇ ਆ। ਅਬਦਾਲੀ ਦਾ, ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਜੋ ਤੈਮੂਰ ਸ਼ਾਹ ਸੀ। ਦਿੱਲੀ ਦੇਖ ਗਏ ਥੇ ਦੋ। ਉਹ ਦਿੱਲੀ ਦੇਖ ਕੇ ਗਿਆ ਸੀ, ਨਾਦਰ ਦੇ ਨਾਲ ਆਏ ਸਨ ਉਦੋਂ, ਤੇ ਦਿੱਲੀ ਦਾ ਪੂਰਾ ਉਹਨਾਂ ਨੂੰ ਪਤਾ ਸੀ ਵੀ ਦਿੱਲੀ 'ਚ ਮਾਲ ਬਹੁਤ ਹੈ। ਇੱਕ ਦਿਨ ਵਿੱਚ ਦਿੱਲੀ ਦੇ ਵਿੱਚ ਨਾਦਰ ਨੇ 70,000 ਬੰਦਾ ਕਤਲ ਕਰਾਇਆ ਸੀ। ਇੱਕ ਦਿਨ ਵਿੱਚ ਜਿਹੜੀ ਦਿੱਲੀ ਦੇ ਵਿੱਚ ਲੁੱਟ ਹੋਈ ਨਾਦਰ ਵੱਲੋਂ, 70,000 ਮੁਸਲਮਾਨ ਤੇ ਹਿੰਦੂ ਦਿੱਲੀ 'ਚ ਮਾਰਿਆ ਗਿਆ। 22,000 ਨੌਜਵਾਨ ਲੜਕੀਆਂ ਸੁੰਦਰ ਸੁੰਦਰ ਚੁਣ ਕੇ ਉਹ ਨਾਦਰ ਬੰਨ੍ਹ ਕੇ ਵਾਪਸ ਲੈ ਚੱਲਿਆ ਸੀਗਾ। ਇਹ ਗੱਲ 1738 ਦੀ ਹੈ, ਯਾਨੀ ਇਸ ਘਟਨਾ ਤੋਂ ਕੋਈ 9 ਸਾਲ ਪਹਿਲਾਂ ਦੀ, ਛੋਟੇ ਘੱਲੂਘਾਰੇ ਤੋਂ ਵੀ 8-9 ਸਾਲ ਪਹਿਲਾਂ ਦੀ ਇਹ ਗੱਲ ਹੈ। ਉਦੋਂ ਕੀ ਹੋਇਆ ਸੀ ਕਿ ਨਾਦਰ ਨੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੀ ਬੇਟੀ ਨਾਲ ਆਪਣਾ ਨਿਕਾਹ ਪੜ੍ਹਿਆ ਸੀ, ਤੇ ਉਹਦੇ ਪਰਿਵਾਰ ਦੀਆਂ ਮੁਗਲ ਖਾਨਦਾਨ ਦੀਆਂ ਬਹੁਤ ਜਿਹੜੀਆਂ ਵੱਡੇ ਘਰ ਦੀਆਂ ਸ਼ਹਿਜ਼ਾਦੀਆਂ ਸਨ, ਉਹ ਆਪਣੇ ਭਰਾਵਾਂ ਭਤੀਜਿਆਂ ਨੂੰ ਸਭ ਨੂੰ ਵਿਆਹ ਦਿੱਤੀਆਂ ਸਨ। ਬਾਕੀ ਜਿਹੜੀਆਂ ਸੁੰਦਰ ਲੜਕੀਆਂ 22,000 ਹੋਰ ਬੰਨੀਆਂ ਸਨ। ਉਹ ਲੈ ਕੇ ਤੁਰ ਪਿਆ ਸੀਗਾ। ਜਦੋਂ ਇਸ ਗੱਲ ਦਾ ਪਤਾ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਲੱਗਾ, ਤੇ ਜੱਸਾ ਸਿੰਘ ਜੀ ਆਹਲੂਵਾਲੀਆ, ਬਾਬਾ ਨਵਾਬ ਕਪੂਰ ਸਿੰਘ ਜੀ, ਸਾਰੇ ਪੰਥ ਦੇ ਜਥੇਦਾਰ, ਉਹਨਾਂ ਨੇ ਆਖਿਆ ਵੀ ਆਪਾਂ ਨਾਦਰ ਨੂੰ ਲੁੱਟਣਾ ਹੈ। ਨਾਦਰ ਹਿੰਦੁਸਤਾਨ ਤੇ ਲੁਟੇਰਾ ਬਣ ਕੇ ਆਇਆ, ਤੇ ਆਪਾਂ ਜਾਂਦੇ ਨੂੰ ਲੁੱਟਣਾ ਹੈ, ਤੇ ਬੀਬੀਆਂ ਭੈਣਾਂ ਛਡਾ ਕੇ ਘਰਾਂ ਨੂੰ ਭੇਜਣੀਆਂ ਹਨ। ਕਰਨਾਲ ਤੋਂ ਲੈ ਕੇ ਸਾਧ ਸੰਗਤ ਜੀ, ਨਾਦਰ ਅੰਬਾਲੇ ਵੱਲੋਂ ਨਹੀਂ ਸੀ ਗਿਆ, ਚੰਡੀਗੜ੍ਹ ਵਾਲੇ ਪਾਸਿਓਂ ਦੀ ਉੱਤੋਂ ਦੀ ਹੋ ਕੇ ਹੁਸ਼ਿਆਰਪੁਰ ਵਾਲੇ ਪਾਸਿਓਂ ਦੀ ਗਿਆ ਸੀਗਾ, ਫੌਜ ਲੈ ਕੇ, ਆਪਣਾ ਲਾਓ ਲਸ਼ਕਰ ਲੈ ਕੇ। ਸਿੰਘਾਂ ਨੇ ਵੀ ਫਿਰ ਉੱਦਾਂ ਦਾ ਹੀ ਰਸਤਾ ਬਣਾ ਲਿਆ, 2-2 ਹਜ਼ਾਰ ਸਿੰਘਾਂ ਦਾ ਜਥਾ ਬਣਾ ਲਿਆ। ਇੱਕ ਪਾਸਿਓਂ ਸਿੰਘਾਂ ਦਾ ਜਥਾ ਆਉਂਦਾ ਸੀਗਾ, ਬੀਬੀਆਂ ਨੂੰ ਛੁਡਾ ਕੇ ਘੋੜਿਆਂ ਤੇ ਬਹਾ ਕੇ ਦੂਜੇ ਪਾਸੇ ਨਿਕਲ ਜਾਂਦੇ ਸਨ। ਉਹ ਫੌਜ ਉੱਧਰ ਜਾਂਦੀ ਸੀ, ਉਹਨਾਂ ਨੂੰ ਫੜਨ ਵਾਸਤੇ ਵਿੱਚੋਂ ਇੱਕ ਹੋਰ ਜਥਾ ਗੁਪਤ ਬੈਠਾ ਹੁੰਦਾ ਸੀ, ਉਹ ਆ ਕੇ ਉਹ ਫੌਜ ਨੂੰ ਕਤਲ ਕਰ ਦਿੰਦਾ ਸੀ, ਤੇ ਹੋਰ ਬੀਬੀਆਂ ਛੁਡਾ ਕੇ ਦੂਜੇ ਪਾਸੇ ਚਲੇ ਜਾਂਦੇ ਸਨ। ਨਾਦਰ ਲਾਹੌਰ ਪਹੁੰਚਿਆ। ਉਹ ਪਹੁੰਚਦਿਆਂ 22,000 ਲੜਕੀਆਂ ਸਿੰਘਾਂ ਨੇ ਛੁਡਾ ਲਈਆਂ। ਉਹਦੇ ਨਾਲ ਨਾਲ ਹਜ਼ਾਰਾਂ ਘੋੜੇ ਅਬਦਾਲੀ ਤੇ ਨਾਦਰ ਦੇ ਖੋਹ ਲਏ, ਅਸਲਾ ਖੋਹ ਲਿਆ, ਸੋਨਾ ਚਾਂਦੀ ਜੋ ਮਾਲ ਦਿੱਲੀੋਂ ਲੁੱਟ ਕੇ ਲੈ ਚੱਲਿਆ ਸੀ, ਉਹਦੇ 'ਚ ਬਹੁਤਾ ਹਿੱਸਾ ਸਿੰਘਾਂ ਨੇ ਖੋਹ ਲਿਆ। ਜਦੋਂ ਨਾਦਰ ਲਾਹੌਰ ਪਹੁੰਚਿਆ, ਉਹ ਜ਼ਕਰੀਆ ਖਾਨ ਉਦੋਂ ਜਿਉਂਦਾ ਸੀਗਾ, ਉਹਨੇ ਜ਼ਕਰੀਆ ਨੂੰ ਪੁੱਛਿਆ, ਕਹਿਣ ਲੱਗਾ, ਮੈਂ ਈਰਾਨ ਤੋਂ ਤੁਰਿਆ ਹਿੰਦੁਸਤਾਨ ਤੱਕ, ਮੇਰੇ ਸਾਹਮਣੇ ਕੋਈ ਖੰਘਿਆ ਨਹੀਂ, ਮੇਰੇ ਸਾਹਮਣੇ ਕੋਈ ਅੜਿਆ ਨਹੀਂ। ਇਹ ਲੁਟੇਰੇ ਕੌਣ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ ਆ? ਮੈਨੂੰ ਕੌਣ ਲੁੱਟ ਸਕਦਾ? ਮੈਂ ਤਾਂ ਦਿੱਲੀ ਲੁੱਟ ਲਈ ਹੈ, ਮੈਂ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਜਵਾਈ ਬਣ ਗਿਆ, ਉਹਦੀ ਲੜਕੀ ਦਾ ਵਿਆਹ ਕਰਾਇਆ, ਤੇ ਮੇਰੇ ਅੱਗੇ ਕੌਣ ਅੜ ਗਿਆ? ਇਹਨਾਂ ਦਾ ਮੈਨੂੰ ਪਤਾ ਟਿਕਾਣਾ ਦੱਸ। ਇਹ ਕੌਣ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ, ਮੇਰੇ ਕੋਲੋਂ ਲੜਕੀਆਂ ਛੁਡਾ ਕੇ ਲੈ ਗਏ? ਤਾਂ ਇਹ ਸੁਣ ਕੇ ਜੋ ਜਵਾਬ ਜ਼ਕਰੀਆ ਖਾਨ ਨੇ ਦਿੱਤਾ, ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ, ਤਬ ਖਾਨੂ ਨੇ ਐਸ ਬਖਾਨੀ, ਖਾਨੂ ਜ਼ਕਰੀਆ ਖਾਨ ਨਾਦਰ ਨੂੰ ਕਹਿੰਦਾ, ਕਿਤੇ ਨਾ ਉਨ ਕੀ ਮੁਲਕ ਨਿਸ਼ਾਨੀ, ਜਿਹੜੇ ਤੈਨੂੰ ਲੁੱਟ ਕੇ ਲੈ ਗਏ ਨੇ ਉਹਨਾਂ ਦਾ ਕੋਈ ਮੁਲਕ ਨਹੀਂ, ਕੋਈ ਉਹਨਾਂ ਦੇ ਮੁਲਕ ਦੀ ਨਿਸ਼ਾਨੀ ਨਹੀਂ।
ਖੜੇ ਸੋਵੈ ਉਹ ਚਲ ਤੋਂ ਖਾਏ। ਉਹ ਖੜੇ ਖੜੇ ਦਰਖਤਾਂ ਨਾਲ ਢੋ ਲਾ ਕੇ ਘੜੀ ਸੌਂ ਲੈਂਦੇ ਨੇ ਤੇ ਚਲਦੇ ਚਲਦੇ ਖਾ ਲੈਂਦੇ ਨੇ। ਨਹਿ ਬੈਠੈ ਵੈ ਕਿਤੈ ਗਿਰਾਏ। ਉਹ ਕਿਸੇ ਪਿੰਡ ਵਿੱਚ ਟਿਕ ਕੇ ਪੱਕਾ ਡੇਰਾ ਪਾ ਕੇ ਨਹੀਂ ਰਹਿੰਦੇ, ਉਹ ਜੰਗਲਾਂ 'ਚ ਤੁਰਦੇ ਹੀ ਰਹਿੰਦੇ ਨੇ, ਤੁਰਦੇ ਹੀ ਰਹਿੰਦੇ ਨੇ, ਕਿਤੇ ਸੁੱਖ ਨਾਲ ਰਾਤ ਨਹੀਂ ਕੱਟਦੇ। ਉਹ ਲੜੈ ਬਹੁਤ ਵੈ ਕਰਕੇ ਭਾਜ। ਉਹ 100 ਮੀਲ ਪੈਦਲ ਹੀ ਦੌੜ ਜਾਂਦੇ, ਘੋੜੇ ਤੋਂ ਬਿਨਾਂ ਹੀ। ਘੋੜਿਆਂ ਜਿੰਨੀ ਤਾਂ ਉਹਨਾਂ ਦੀ ਦੌੜ ਹੈ। ਲੜੇ ਬਹੁਤ ਵੇ ਕਰਕੇ ਭਾਜ, ਖਹਿ ਕੱਚੇ ਹੀ ਮਿਰਗ ਮਾਰ। ਉਹ ਖਾਣ ਵਾਸਤੇ ਕੋਈ ਵਧੀਆ ਖਾਣਾ ਨਹੀਂ ਲੱਭਦੇ, ਕੱਚਾ ਹੀ ਸ਼ਿਕਾਰ ਮਾਰ ਕੇ ਖਾ ਜਾਂਦੇ ਹੈ। ਜੰਗਲਾਂ ਵਿੱਚ ਰਹਿੰਦੇ ਹੈ, ਉਹਨਾਂ ਨੂੰ ਕੋਈ ਸੁੱਖ ਆਰਾਮ ਕਿਤੇ ਨਹੀਂ ਲੱਭਦਾ। ਇੱਕ ਜਾਂਗੀਆ ਇੱਕ ਸਿਰ ਪਟਕਾ, ਪੂਰੇ ਗਾਤੀ ਬਾਣਾ ਝਟਕਾ। ਇੱਕ ਕਸ਼ਹਿਰਾ ਤੇ ਇੱਕ ਦਸਤਾਰ ਉਹਨਾਂ ਦਾ ਬਾਣਾ ਹੁੰਦਾ, ਕੋਈ ਕੱਪੜਾ ਤਨ ਤੇ ਨਹੀਂ ਲੱਭਦਾ। ਔਰ ਹਾੜ ਨਾ ਦਿਨ ਪਰ ਪੀਵੇਂ ਪਾਣੀ, ਸਿਆਲੇ ਰੱਖੇ ਨਾ ਅਗਨ ਨਿਸ਼ਾਨੀ। ਹਾੜ ਦਾ ਮਹੀਨਾ ਹੁੰਦਾ, ਗਰਮੀ 'ਚ ਲੜਦੇ ਰਹਿੰਦੇ ਪਾਣੀ ਤੋਂ ਬਿਨਾਂ, ਤੇ ਸਿਆਲ ਦੇ ਦਿਨਾਂ ਵਿੱਚ ਠੰਡੀ ਬਰਫ਼ ਦੇ ਵਿੱਚ ਨੰਗੇ ਪਿੰਡੇ ਹੀ ਭੱਜੇ ਫਿਰਦੇ ਹੈ। ਇਹ ਇਹੋ ਜਿਹਾ ਖਾਲਸਾ ਇੱਕ ਮੁਰਸ਼ਦ ਇਨਕਾ ਵਲੀ ਭਇਓ ਹੈ। ਇਹਨਾਂ ਦਾ ਜਿਹੜਾ ਮੁਰਸ਼ਦ ਹੋਇਆ ਉਹ ਬੜਾ ਵਲੀ ਔਲੀਆ ਹੋਇਆ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ। ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਉਸ ਨੇ ਇਹਨਾਂ ਨੂੰ ਜ਼ਿੰਦਗੀ ਦਾ ਪਾਣੀ, ਖੰਡੇ ਦਾ ਅੰਮ੍ਰਿਤ ਦਿੱਤਾ ਹੈ, ਜਿਹਨੂੰ ਪੀ ਕੇ ਇਹ ਇਕੱਲੇ ਇਕੱਲੇ 1.25 ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਨ। ਜਦੋਂ ਇਹ ਗੱਲਾਂ ਨਾਦਰ ਨੇ ਸੁਣੀਆਂ ਤੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ, ਜ਼ਕਰੀਆ ਖਾਨ ਜੇ ਸੱਚੀ ਮੁੱਚੀ ਇਦਾਂ ਹੀ ਹੈ ਨਾ ਜਿਵੇਂ ਤੂੰ ਕਹਿ ਰਿਹਾ, ਤਾਂ ਫਿਰ ਜਿੱਥੇ ਤੇਰਾ ਰਾਜ ਹੈ ਕੱਲ੍ਹ ਨੂੰ ਉਹਨਾਂ ਸਿੱਖਾਂ ਦਾ ਰਾਜ ਹੋਵੇਗਾ। ਉਹ ਨਾਦਰ ਤਾਂ ਕਹਿ ਕੇ ਚਲਾ ਗਿਆ, ਪਰ ਉਹਦਾ ਚੇਲਾ ਅਬਦਾਲੀ ਹੁਣ ਦੁਬਾਰਾ ਫੇਰ ਹਿੰਦੁਸਤਾਨ ਨੂੰ ਲੁੱਟਣ ਵਾਸਤੇ, ਮੁਗਲਾਂ ਨਾਲ ਟੱਕਰ ਲੈਣ ਵਾਸਤੇ ਚੱਲ ਪਿਆ। ਸੋ ਦਿੱਲੀ ਦਿਲ ਤਿਨਕੇ ਬਸੀ। ਜਦੋਂ ਇਹ ਦਿੱਲੀ ਦੇਖ ਕੇ ਗਏ ਸਨ ਅਬਦਾਲੀ ਅਤੇ ਉਹਦਾ ਬੇਟਾ ਤੈਮੂਰ ਸ਼ਾਹ, ਉਦੋਂ ਉਹਦੀ ਦਿੱਲੀ ਇਹਨਾਂ ਦੇ ਦਿਲ 'ਚ ਬਸੀ ਹੋਈ ਸੀ। ਦਿੱਲੀ ਦੀ ਸ਼ਾਨ, ਦਿੱਲੀ ਦੀਆਂ ਬਹਾਰਾਂ, ਦਿੱਲੀ ਦਾ ਖਜ਼ਾਨਾ। ਇੱਕ ਕੱਲਾ ਤਖਤੇ ਤਾਊਸ 9 ਕਰੋੜ ਰੁਪਈਏ ਦਾ ਸੀ ਜਿਹੜਾ ਨਾਦਰ ਲੈ ਗਿਆ। ਤਖਤੇ ਤਾਊਸ ਕੱਲਾ ਇੱਕ ਤਖਤ ਪੋਸ਼ ਕਹਿ ਲੋ, ਬਾਦਸ਼ਾਹੀ ਤਖਤ 9 ਕਰੋੜ ਦਾ ਉਸ ਜ਼ਮਾਨੇ ਵਿੱਚ ਸੀਗਾ, ਉਹ ਵੀ ਲੈ ਗਿਆ। ਮੁਗਲੇ ਆਜ਼ਮ ਹੀਰਾ, ਉਹ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਪੱਗ ਵਿੱਚ ਬੰਨਿਆ ਹੋਇਆ ਸੀ ਲੁਕਾ ਕੇ, ਤੇ ਉਹਨੇ ਪੱਗ ਵਟਾ ਲਈ। ਨਾਦਰ ਨੇ ਕਹਿੰਦਾ ਲੈ ਪੱਗ ਮੈਨੂੰ ਦੇ, ਤੈਨੂੰ ਮੈਂ ਦਿਆਂ। ਉਹ ਵੀ ਲੈ ਗਿਆ। ਕੋਏ ਨੂਰ ਹੀਰਾ ਜਿਹੜਾ ਹੁਣ ਮਹਾਰਾਣੀ ਵਿਕਟੋਰੀਆ ਕੋਲ ਇੰਗਲੈਂਡ ਵਿੱਚ ਪਿਆ ਹੈ, ਇਹ ਦਿੱਲੀ ਤੋਂ ਸਾਧ ਸੰਗਤ ਜੀ ਲਗਭਗ 4-5 ਹਜ਼ਾਰ ਸਾਲ ਉਹ ਦਿੱਲੀ 'ਚ ਹੀ ਰਿਹਾ ਸੀਗਾ, ਪਾਂਡਵਾਂ ਤੋਂ ਲੈ ਕੇ। ਪਹਿਲੀ ਵਾਰ ਹਿੰਦੁਸਤਾਨ ਤੋਂ ਬਾਹਰ ਨਾਦਰ ਸ਼ਾਹ ਲੈ ਕੇ ਗਿਆ। ਕੋਏ ਨੂਰ ਹੀਰਾ ਨਾਦਰ ਤੋਂ ਅਬਦਾਲੀ ਕੋਲ ਆਇਆ, ਅਬਦਾਲੀ ਕੋਲੋਂ ਦੇ ਪੁੱਤਰ ਤੈਮੂਰ ਕੋਲ ਆਇਆ, ਅੱਗੋਂ ਉਹਦੇ ਪੋਤਰੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਕੋਲ ਆਇਆ। 50 ਸਾਲ ਸਿੱਖਾਂ ਕੋਲ ਰਹਿ ਕੇ ਹੁਣ ਅੰਗਰੇਜ਼ਾਂ ਕੋਲ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਜਿਹੜੀਆਂ ਦਿੱਲੀ ਤੋਂ ਲੁੱਟ ਕੇ ਲਿਆਏ ਸਨ ਪਠਾਨ, ਉਹਨਾਂ ਨੂੰ ਦਿੱਲੀ ਬੜੀ ਚੰਗੀ ਲੱਗਦੀ ਸੀ। ਦਿੱਲੀ ਉਹਨਾਂ ਦੇ ਦਿਲ 'ਚ ਵਸੀ ਹੋਈ ਸੀ। ਆਏ ਲਾਹੌਰ ਤਬ ਉਹਨੇ ਖਸੀ। ਉਹਨੇ ਆ ਕੇ ਲਾਹੌਰ ਤੇ ਕਬਜ਼ਾ ਕਰ ਲਿਆ। ਪਹਿਲਾਂ ਤਾਂ ਉਹ ਚੱਲਿਆ ਕਾਬਲ ਤੋਂ, ਰਸਤੇ ਦੇ ਜਿੰਨੇ ਸੂਬੇ ਸੀਗੇ, ਪਿਸ਼ੌਰ, ਮੁਲਤਾਨ, ਸਾਰੇ ਲੁੱਟੇ। ਫਿਰ ਲਾਹੌਰ ਆ ਗਿਆ ਅਬਦਾਲੀ। ਲੱਖੂ ਕਾਬਲੀ ਸੋ ਮਿਲ ਪਇਓ। ਲੱਖੂ ਬੜਾ ਚਲਾਕ ਸੀਗਾ, ਉਹਨੇ ਵੇਖਿਆ ਵੀ ਕੰਮ ਖਰਾਬ ਹੈ, ਜੇ ਆਪਾਂ ਅਬਦਾਲੀ ਦਾ ਮੁਕਾਬਲਾ ਕੀਤਾ ਸਾਡੇ ਤੋਂ ਹੋਣਾ ਕੋਈ ਨਹੀਂ। ਅਬਦਾਲੀ ਕੋਲ ਤਾਕਤ ਜ਼ਿਆਦਾ ਹੈ ਤੇ ਪਿੱਛੇ ਦਿੱਲੀ ਵਾਲਿਆਂ ਨੇ ਸਾਡੀ ਮਦਦ ਨਹੀਂ ਕਰਨੀ। ਲੱਖੂ ਨੇ ਕਾਬਲੀ ਸੂਬੇ ਅਹਿਮਦ ਸ਼ਾਹ ਅਬਦਾਲੀ ਨਾਲ ਸੁਲ੍ਹਾ ਕਰ ਲਈ। ਹਾਂਜੀ, ਸ਼ਾਹ ਨਵਾਜ਼ ਵੀ ਉਹਨੇ ਮਿਲਿਓ। ਤੇ ਸ਼ਾਹ ਨਵਾਜ਼ ਨੇ ਵੀ ਮੌਕਾ ਪ੍ਰਸਤੀ, ਕਿਉਂਕਿ ਜਿਹੜੇ ਰਾਜਨੀਤਿਕ ਹੁੰਦੇ ਆ ਇਹ ਮੌਕਾ ਵੇਖਦੇ ਆ, ਜਿੱਧਰੋਂ ਜਾਨ ਬਚਦੀ ਹੋਵੇ, ਕੁਰਸੀ ਬਚਦੀ ਹੋਵੇ, ਉੱਧਰ ਹੋ ਜਾਂਦੇ ਆ। ਪਾਰਟੀ ਅੱਜ ਕੱਲ੍ਹ ਜਿਵੇਂ ਬਦਲ ਲੈਂਦੇ ਆ। ਉਹਨੇ ਆਖਿਆ ਆਪਾਂ ਦਿੱਲੀ ਵਾਲਿਆਂ ਨੇ ਕਦੋਂ ਆਉਣਾ ਕਿ ਨਹੀਂ ਆਉਣਾ ਸਾਡੀ ਮਦਦ ਕਰਨ, ਇਹ ਮੌਤ ਸਿਰ ਤੇ ਆਈ ਹੈ ਅਬਦਾਲੀ। ਉਹਨਾਂ ਨੇ ਸ਼ਾਹ ਨਵਾਜ਼ ਨੇ ਤੇ ਲੱਖੂ ਨੇ ਅਬਦਾਲੀ ਨਾਲ ਸੁਲ੍ਹਾ ਕਰ ਲਈ। ਯਹੀ ਵਿਧੀ ਤਬ ਲੱਖੂ ਆਈ। ਲੱਖੂ ਦੇ ਦਿਮਾਗ 'ਚ ਇਹੀ ਗੱਲ ਆਈ, ਹੋਰ ਉਹਨੂੰ ਕੋਈ ਸਮਝ ਨਾ ਆਈ। ਅਸਲ 'ਚ ਹੋਣੀ ਕਰਾ ਰਹੀ ਸੀ ਉਹ ਮੌਤ, ਜਿਹੜੀ ਸੀ ਆ ਰਹੀ ਸੀ ਨੇੜੇ ਨੇੜੇ। ਤੇ ਉਹਨੇ ਸਾਰਾ ਬੰਦਾ ਜਿੱਡਾ ਮਰਜ਼ੀ ਸਿਆਣਾ, ਜਿੱਡਾ ਮਰਜ਼ੀ ਅਕਲਮੰਦ ਚਤਰ ਹੋਵੇ,
ਅਕਾਲ ਪੁਰਖ ਦੀ ਖੇਡ ਦੇ ਅੱਗੇ ਕੋਈ ਚਾਰਾ ਨਹੀਂ ਚੱਲਦਾ। ਲੱਖੂ ਨੂੰ ਪਤਾ ਨਹੀਂ ਸੀ ਕਿ ਜੋ ਮੈਂ ਕਰ ਰਿਹਾ ਹਾਂ ਇਹ ਮੇਰੀ ਮੌਤ ਦੀਆਂ ਤਿਆਰੀਆਂ ਹੋ ਰਹੀਆਂ ਨੇ। ਹਾਂਜੀ, ਯੂੰ ਕਰਤਾ ਸੋ ਵਿਧੀ ਮਿਲਾਈ। ਅਬਦਾਲੀ ਨਾਲ ਸੁਲ੍ਹਾ ਕਰਕੇ ਇਹ ਕਰਤੇ ਪੁਰਖ ਨੇ ਹੋਣੀ ਨੇ ਸਮਝੋ ਇਹ ਕਰਾ ਦਿੱਤਾ। ਵਜ਼ੀਰ ਕਮਰਦੀਨ ਸੁਹਰੈ ਅਲੀ। ਉਧਰੋਂ ਜਿਹੜਾ ਦਿੱਲੀ ਦਾ ਵਜ਼ੀਰ ਸੀਗਾ ਹਿੰਦੁਸਤਾਨ ਦੇ ਬਾਦਸ਼ਾਹ ਦਾ, ਉਹਦਾ ਨਾਮ ਸੀ ਕਮਰੁਦੀਨ ਸੁਹਰੈ ਅਲੀ। ਵੱਡਾ ਵਜ਼ੀਰ, ਵਜ਼ੀਰ ਆਜ਼ਮ, ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਸ ਵੇਲੇ। ਸਾਥ ਜੈਪੁਰੀ ਮਾਧੋ ਸਿੰਘ ਬਲੀ। ਉਹਦੇ ਨਾਲ ਜੈਪੁਰ ਦਾ ਰਾਜਾ ਮਾਧੋ ਸਿੰਘ ਵੀ ਰਲਿਆ। ਮਾਧੋ ਸਿੰਘ ਜੈਪੁਰ ਦਾ ਰਾਜਾ ਸੀ, ਰਾਜਪੂਤ। ਉਹ ਵੀ ਬੜਾ ਬਲੀ ਸੀ, ਬੜੀ ਭਾਰੀ ਫੌਜ ਜੈਪੁਰ ਦੀ। ਤੇ ਵਜ਼ੀਰ ਕਮਰੁਦੀਨ ਦਿੱਲੀ ਦੇ ਵਜ਼ੀਰ ਦੀ ਫੌਜ ਸੀ। ਸਾਥ ਸ਼ਹਿਜ਼ਾਦੇ ਅਰ ਫੌਜ ਆਈ। 7 ਵੱਡੇ ਰਾਜੇ, ਹਿੰਦੁਸਤਾਨ ਦੇ ਵੱਡੇ ਰਾਜੇ ਰਾਜਪੂਤ ਕਮਰੁਦੀਨ ਦੇ ਨਾਲ ਸਨ ਤੇ ਫੌਜ ਬੜੀ ਭਾਰੀ ਲੈ ਕੇ ਸਰਹੰਦ ਲੰਗੇ ਸੋ ਪੜੇ ਅਗਾਹੀ। ਉਹ ਸਰਹੰਦ ਦਿੱਲੀੋਂ ਤੁਰ ਪਏ ਸਨ ਵੀ ਆਪਾਂ ਦਿੱਲੀ ਪਹੁੰਚਣ ਨਹੀਂ ਦੇਣਾ ਅਬਦਾਲੀ ਨੂੰ। ਉਹ ਸਰਹੰਦ ਪਹੁੰਚ ਗਏ। ਸਰਹੰਦ ਲੰਘੇ ਜਦੋਂ, ਸਰਹੰਦ ਪਿਛੇ ਛਾਏ ਸੁਣੀ ਤਕਾਈ। ਜਦੋਂ ਸਰਹੰਦ ਤੋਂ ਪਿੱਛੇ ਅਬਦਾਲੀ ਨੂੰ ਪਤਾ ਲੱਗਾ 60 ਕੋਸ ਤੇ ਚੜ ਲਈ ਤਾਈ। 60 ਕੋਸ ਤੋਂ ਉਹਨੇ ਸਰਹੰਦ ਤੇ ਕਬਜ਼ਾ ਕਰਨ ਲਈ ਕਾਹਲੀ ਨਾਲ ਚਾਲਾ ਪਾ ਦਿੱਤਾ। ਕਾਟ ਔਰ ਤੇ ਸੋ ਲੰਘ ਪਰਿਓ। ਕਹਿੰਦੇ ਹੋਰ ਘਾਟ ਤੋਂ ਜਾਨੀ ਦਰਿਆ ਤੋਂ ਜਿੱਥੋਂ ਪਾਰ ਹੋਣਾ ਸੀ ਉਹ ਛੱਡ ਦਿੱਤਾ ਤੇ ਦੂਜੇ ਘਾਟ ਤੋਂ ਅਬਦਾਲੀ ਪਾਰ ਹੋਇਆ। ਡੇਰੋ ਸਰਹੰਦ ਟਿਗੇ ਆਏ ਕਰਿਓ। ਤੇ ਫਟਾਫਟ ਲਾਹੌਰੋਂ ਚੱਲ ਕੇ ਅਬਦਾਲੀ ਸਰਹੰਦ ਪਹੁੰਚ ਗਿਆ ਵੀ ਕਿਤੇ ਮੇਰੇ ਤੋਂ ਪਹਿਲਾਂ ਕਮਰੁਦੀਨ ਮੁਗਲ ਉੱਥੇ ਕਬਜ਼ਾ ਨਾ ਕਰ ਲਵੇ। ਉਹ ਦਿੱਲੀ ਵਾਲੇ ਆ ਰਹੇ ਨੇ ਨਾ, ਉਹਨਾਂ ਨੇ ਤਾਂ ਦਿੱਲੀ ਬਚਾਣੀ ਹੈ, ਹਿੰਦੁਸਤਾਨ ਬਚਾਣਾ ਤੇ ਅਬਦਾਲੀ ਨੇ ਲੁੱਟਣਾ। ਇਹ ਦੋਵਾਂ ਦੀ ਆਪਸ ਟੱਕਰ ਹੈ। ਹਾਂਜੀ, ਦੋਹਰਾ ਸਰਹੰਦ ਦੌੜ ਤਿੰਨ ਜਾ ਮਲੀ। ਮਦ ਲਿਓ ਖਜ਼ਾਨੋ ਲੂਟ। ਅਬਦਾਲੀ ਦੇ ਭਾਗ ਇਹੋ ਜਿਹੇ ਤੇਜ਼ ਸਨ ਵੀ ਉਹ ਪਹਿਲਾਂ ਸਰਹੰਦ ਪਹੁੰਚ ਗਿਆ ਤੇ ਉਹਨੇ ਜਾ ਕੇ ਸਰਹੰਦ ਦਾ ਖਜ਼ਾਨਾ ਸਾਰਾ ਲੁੱਟ ਲਿਆ। ਤਾਂ ਥਾਏ ਸੀ ਫਿਰ ਲੜੀ ਦਿਨ ਬਾਈ ਲੋ ਝੂਟ। ਕਹਿੰਦੇ ਤਾਂ ਥਾਏ ਸੀ ਫਿਰ ਲੜੀ ਦਿਨ ਬਾਈ ਲੋ ਝੂਟ। ਉੱਥੇ ਫਿਰ 22 ਦਿਨ ਲੜਾਈ ਕਮਰਦੀਨ ਵਜ਼ੀਰ ਨਾਲ, ਯਾਨੀ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਨਾ ਰਾਜਾ ਮਾਧੋ ਸਿੰਘ ਜੈਪੁਰ ਵਾਲਾ, 7 ਰਾਜੇ ਹੋਰ ਤੇ ਦਿੱਲੀ ਦਾ ਵਜ਼ੀਰ ਫੌਜ ਲੈ ਕੇ ਦਿੱਲੀ ਵੱਲੋਂ ਆਏ ਸਨ ਮੁਗਲਾਂ ਵੱਲੋਂ। ਉਹਨਾਂ ਦੀ ਅਬਦਾਲੀ ਨਾਲ 22 ਦਿਨ ਲੜਾਈ ਹੋਈ। 22 ਦਿਨ ਜੰਗ ਹੁੰਦਾ ਰਿਹਾ ਸਰਹੰਦ ਦੀ ਧਰਤੀ ਉੱਤੇ। ਚੌਪਈ ਸਰਹੰਦ ਤੋਪ ਹੁਤੀ ਜੋ ਰਹੀ। ਆ ਜਿਹੜੀਆਂ ਤੋਪਾਂ ਸਰਹੰਦ ਵਿੱਚ ਰਹਿ ਗਈਆਂ ਸਨ ਮੁਗਲਾਂ ਦੀਆਂ, ਅਹਿਮਦ ਸ਼ਾਹ ਕਰੀ ਸੋ ਸਹੀ। ਉਸ ਅਹਿਮਦ ਸ਼ਾਹ ਨੇ ਆਪਣੇ ਕਬਜ਼ੇ 'ਚ ਕਰਕੇ ਠੀਕ ਕਰਕੇ ਚਲਾ ਲਈਆਂ। ਕਰਕੇ ਕੱਟੀ ਦਈ ਚਲਾਈ। ਸਰਹੰਦ ਦਾ ਸਾਰਾ ਤੋਪਖਾਨਾ ਅਬਦਾਲੀ ਕੋਲ ਸੀਗਾ। ਉਹਨੇ ਇਕੱਠਾ ਕਰਕੇ ਦਿੱਲੀ ਦੇ ਵਜ਼ੀਰ ਉੱਤੇ ਤੋਪਾਂ ਦੇ ਫੈਰ ਖੋਲ ਦਿੱਤੇ। ਮੋਇਓ ਕਮਰ ਕੀ ਗੋਲਾ ਖਾਈ। ਉਸ ਲੜਾਈ ਦੇ ਵਿੱਚ ਕਮਰਦੀਨ, ਯਾਦ ਰਵੇ ਅੱਗੇ ਕਥਾ ਆ ਜਾਣੀ ਹੈ ਵੀ ਕਮਰਦੀਨ ਦਾ ਜਵਾਈ ਸੀ ਮੀਰ ਮਨੂੰ। ਜਿਹੜਾ ਮੀਰ ਮਨੂੰ ਸਿੱਖਾਂ ਦਾ ਵੈਰੀ ਬਣੇਗਾ ਨਾ ਬਾਅਦ ਵਿੱਚ, ਸਨ 1748 ਤੋਂ ਲੈ ਕੇ 1752 ਤੱਕ 4 ਸਾਲ ਮੀਰ ਮਨੂੰ ਦਾ ਰਾਜ ਰਿਹਾ ਲਾਹੌਰ ਤੇ। ਅਜੇ ਉਹਦਾ ਰਾਜ ਆਇਆ ਨਹੀਂ। ਉਹ ਰਾਜ ਕਿਵੇਂ ਆਇਆ ਉਹਦੀ ਹੁਣੇ ਭੂਮਿਕਾ ਬਣ ਰਹੀ ਹੈ। ਸੋ ਸ਼ਾਹ ਨਵਾਜ਼ ਨੂੰ ਅਬਦਾਲੀ ਨੇ ਆਪਣੇ ਨਾਲ ਲਾ ਲਿਆ ਤੇ ਲੱਖੂ ਵੀ ਅਬਦਾਲੀ ਨਾਲ ਰਲ ਗਿਆ। ਉਧਰੋਂ ਜਿਹੜੀ ਦੂਜੀ ਤਾਕਤ ਹਿੰਦੁਸਤਾਨ ਦੀ ਬਾਦਸ਼ਾਹੀ ਸੀ ਦਿੱਲੀ ਦੀ, ਉਧਰੋਂ ਵਜ਼ੀਰ ਕਮਰੁਦੀਨ ਤੇ ਹਿੰਦੂ ਰਾਜੇ ਸਾਰੇ ਉਹਦੇ ਨਾਲ ਲੜਨ ਆ ਗਏ। ਸਰਹੰਦ ਵਿੱਚ 22 ਦਿਨ ਲੜਾਈ ਹੋਈ। ਉੱਥੇ ਵਜ਼ੀਰ ਕਮਰੁਦੀਨ ਤੋਪ ਦਾ ਗੋਲਾ ਲੱਗ ਕੇ ਮਾਰਿਆ ਗਿਆ। ਤਿਸ ਕੋ ਸੁਤ ਮੀਰ ਮਨੂ ਸਿਆਣਾ। ਉਹਦਾ ਪੁੱਤ ਜਵਾਈ ਸੀ ਮੀਰ ਮਨੂੰ, ਬਹੁਤ ਸਿਆਣਾ ਸੀ। ਮੂਵੇ ਵਜ਼ੀਰ ਨੇ ਕਿਨਹੂ ਜਾਣਾ। ਕਹਿੰਦੇ ਉਹਨੇ ਸਾਰਾ ਕੰਮ ਸੰਭਾਲ ਲਿਆ ਮੀਰ ਮਨੂੰ ਨੇ। ਬੜੀ ਫੁਰਤੀ ਨਾਲ ਉਹ ਅਬਦਾਲੀ ਨਾਲ ਲੜਨ ਲੱਗਾ।
ਤੁਰਤ ਲੜਾਈ ਦਈ ਮਚਾਏ। ਮੀਰ ਮਨੂ ਨੇ ਕਮਰਦੀਨ ਦੀ ਮੌਤ ਤੋਂ ਬਾਅਦ ਪਾਸਾ ਢਿੱਲਾ ਨਹੀਂ ਪੈਣ ਦਿੱਤਾ। ਉਹਨੇ ਅਬਦਾਲੀ ਦੇ ਨਾਲ ਸਾਹਮਣੇ ਹੋ ਕੇ ਜੰਗ ਮਚਾ ਦਿੱਤਾ ਧਰਿਓ ਵਜ਼ੀਰ ਸੋ ਹਾਥੀ ਪਾਏ। ਤੇ ਉਹਨੇ ਵਜ਼ੀਰ ਦੇ ਮਰੇ ਦਾ ਵੀ ਸ਼ੋਅ ਨਹੀਂ ਕੀਤਾ ਵੀ ਵਜ਼ੀਰ ਮਰ ਗਿਆ। ਆਪਣੀ ਫੌਜ ਨੂੰ ਵੀ ਨਹੀਂ ਦੱਸਿਆ। ਵਜ਼ੀਰ ਦੀ ਲਾਸ਼ ਚੁੱਕ ਕੇ ਹਾਥੀ ਦੇ ਉੱਪਰ ਹੌਦੇ 'ਚ ਬਿਠਾ ਛੱਡਿਆ ਵੀ ਲੋਕਾਂ ਨੂੰ ਜੇ ਲੱਗਿਆ ਵੀ ਵਜ਼ੀਰ ਜਿਉਂਦਾ ਹੈ। ਹਾਂਜੀ, ਖੁਆਸੀ ਐਸੀ ਬਿਦ ਬਣਾਈ। ਇਸ ਤਰ੍ਹਾਂ ਦੀ ਬਿਦ ਬਣਾ ਲਈ। ਕੁਨਸ ਲੇਵੈ ਹਤੈ ਹਲਾਈ। ਵਿੱਚ ਬੰਦਾ ਬਹਾ ਦਿੱਤਾ ਹੌਦੇ ਦੇ ਵੀ ਜਦੋਂ ਕੋਈ ਸਲਾਮ ਕਰਦਾ ਸੀ ਨਾ ਤੇ ਉਹ ਏਦਾਂ ਹੱਥ ਉਹਦਾ ਚੁੱਕ ਦਿੰਦਾ ਸੀ ਏਦਾਂ ਵੀ ਜਿਉਂਦਾ ਹੈ। ਹਾਂਜੀ, ਸਭ ਭੋਜਨ ਮਨ ਉਪਜਿਓ ਚਾਏ। ਸਾਰੀ ਫੌਜ ਨੂੰ ਇਹ ਸੀ ਵੀ ਸਾਡਾ ਵਜ਼ੀਰ ਜਿਉਂਦਾ ਹੈ। ਹਾਂਜੀ, ਗਿਲਜੇ ਕੀ ਦਈ ਫੌਜ ਪਜਾਏ। ਮੀਰ ਮਨੂ ਨੇ ਲੜਾਈ ਜਿੱਤ ਲਈ। ਅਹਿਮਦ ਸ਼ਾਹ ਅਬਦਾਲੀ ਹਾਰ ਗਿਆ। 22 ਦਿਨ ਲੱਗਾ ਰਿਹਾ ਅਬਦਾਲੀ। 22 ਦਿਨਾਂ ਪਿੱਛੋਂ ਸਰਹੰਦ ਤੋਂ ਦੌੜ ਗਿਆ। ਦੋਹਰਾ ਫਤਿਹ ਪਈ ਤਬ ਹਿੰਦ ਕੀ ਕਿਓ ਕਾਬਲੀ ਕੂਚ। ਹਿੰਦੁਸਤਾਨ ਜਿੱਤ ਗਿਆ ਤੇ ਕਾਬਲ ਦਾ ਸੂਬਾ, ਕਾਬਲ ਦਾ ਬਾਦਸ਼ਾਹ ਅਬਦਾਲੀ ਹਾਰ ਕੇ ਪਹਿਲੇ ਹੱਲੇ ਹੀ ਹਿੰਦੁਸਤਾਨ ਤੋਂ ਵਾਪਸ ਮੁੜ ਗਿਆ। ਪਾਛੇ ਮੀਰ ਮਨੂ ਲੱਗੋ ਗਇਓ ਲਾਹੌਰੈ ਮੂਚ। ਤੇ ਮੀਰ ਮਨੂ ਉਹਦੇ ਪਿੱਛੇ ਵਾਹ ਦਾਈ ਦੌੜਿਆ ਅਬਦਾਲੀ ਨੂੰ ਭਜਾਉਣ ਵਾਸਤੇ। ਉਹ ਵੀ ਲਾਹੌਰ ਜਾ ਪਹੁੰਚਿਆ। ਚੌਪਈ ਤਬ ਲਾਹੌਰ ਆਏ ਮਨੂ ਵੜਿਓ। ਮੀਰ ਮਨੂ ਲਾਹੌਰ ਆ ਵੜਿਆ। ਤਭੀ ਲਖੂ ਉਸਨੇ ਫੜਿਓ। ਆਉਂਦੇ ਸਾਰ ਉਹਨੇ ਲੱਖੂ ਫੜਿਆ। ਹੁਣ ਦੇਖੋ ਨਾ ਲੱਖੂ ਦੀ ਮੌਤ ਕਿਵੇਂ ਆਈ ਸੀ। ਆਉਂਦਿਆਂ ਮੀਰ ਮਨੂ ਨੇ ਲੱਖੂ ਨੂੰ ਕੈਦ ਕੀਤਾ ਪਹਿਲਾਂ। ਹਾਂਜੀ, 30 ਲੱਖ ਟਕਾ ਦੰਡ ਤੈ ਚੁਕੇ। 30 ਲੱਖ ਟਕਾ ਉਹਨੂੰ ਜੁਰਮਾਨਾ ਕੀਤਾ ਵੀ 30 ਲੱਖ ਜੁਰਮਾਨਾ ਲੱਖੂ ਤੈਨੂੰ ਦੇਣਾ ਪਏ। ਤੂੰ ਦੁਸ਼ਮਣ ਨਾਲ ਕਿਉਂ ਮਿਲਿਆ? ਤੇਰਾ ਫਰਜ਼ ਸੀ ਕਿ ਤੂੰ ਲਾਹੌਰ ਦੇ ਵਿੱਚ ਸਾਡੇ ਵੱਲੋਂ, ਤੂੰ ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਤੂੰ ਇੱਥੇ ਬੈਠਾ ਸੀ। ਤੂੰ ਦੀਵਾਨ ਸੀ ਔਰ ਸ਼ਾਹ ਨਵਾਜ਼ ਸੂਬੇਦਾਰ ਸੀ। ਤੁਹਾਡੀ ਜ਼ਿੰਮੇਵਾਰੀ ਸੀ ਕਿ ਅਬਦਾਲੀ ਨਾਲ ਲੜਦੇ। ਤੁਸੀਂ ਤੇ ਉਹਨੂੰ ਪਰੋਸ ਕੇ ਰਾਜ ਦੇ ਦਿੱਤਾ ਤੇ ਚੁੱਕ ਕੇ ਸਾਡੇ ਵੱਲ ਲੈ ਆਏ। ਤੁਸੀਂ ਸਾਡੇ ਮਿੱਤਰ ਹੋ ਕਿ ਸਾਡੇ ਦੁਸ਼ਮਣ ਹੋ? ਲੱਖੂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂਜੀ, 20 ਪਰਿਓ ਉਨ ਔ ਨਾ ਮੁਕੇ। ਉਹਨੇ ਮਸੀਂ ਲੱਖੂ ਨੇ ਤੇ ਸ਼ਾਹ ਨਵਾਜ਼ ਨੇ 20 ਲੱਖ ਟਕਾ ਜਿਹੜਾ ਸੀ ਨਾ ਇਧਰੋਂ ਉਧਰੋਂ ਕਰਕੇ ਆਪਣੇ ਗਹਿਣੇ ਗੁੱਟੇ ਵੇਚ ਕੇ ਸਾਰਾ ਮਾਲ ਮੂਲ ਉਹਨਾਂ ਨੂੰ ਮੀਰ ਮਨੂ ਨੂੰ 20 ਲੱਖ ਰੁਪਈਆ ਤਾਰਿਆ। ਕੋੜਾ ਮਲ ਹੁਤੋ ਗੁਰਸਿੱਖ। ਉਦੋਂ ਗੁਰੂ ਕੇ ਪ੍ਰੇਮੀ ਸਿੱਖ ਦੀਵਾਨ ਕੌੜਾ ਮਲ ਜੀ ਉਹ ਵੀ ਉੱਥੇ ਹੀ ਸਨ, ਜਿਨ੍ਹਾਂ ਨੇ ਲੱਖੂ ਨੂੰ ਬਹੁਤ ਸਮਝਾਇਆ ਸੀ ਵੀ ਸਿੱਖਾਂ ਦੇ ਮਗਰ ਨਾ ਪੈ। ਦੀਵਾਨ ਕੌੜਾ ਮਲ ਜੀ ਗੁਰੂ ਮਹਾਰਾਜ ਦੇ ਇੰਨੇ ਪਿਆਰੇ ਨਿਤਨੇਮੀ ਬਾਣੀ ਦੇ ਰਸੀਏ ਸਨ। ਤੇ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਹੜੇ ਹੋਏ ਨਾ, ਇਹ ਦੀਵਾਨ ਕੌੜਾ ਮਲ ਦੇ ਪਰਿਵਾਰ ਦੇ ਵਿੱਚੋਂ ਹੋਏ ਆ। ਦੀਵਾਨ ਕੌੜਾ ਮਲ ਜੀ ਜ਼ਕਰੀਆ ਖਾਨ ਦੇ ਸਮੇਂ ਲਾਹੌਰ ਦੇ ਪ੍ਰਸਿੱਧ ਦੀਵਾਨ ਰਹੇ ਤੇ ਮੁਲਤਾਨ ਦੇ ਵੀ ਦੀਵਾਨ ਰਹੇ ਤੇ ਉਹਨਾਂ ਨੂੰ ਮਹਾਰਾਜਾ ਦਾ ਖਿਤਾਬ ਮਿਲਿਆ ਹੋਇਆ ਸੀ ਮੁਗਲਾਂ ਦੇ ਸਮੇਂ, ਮਹਾਰਾਜਾ ਦੀਵਾਨ ਕੌੜਾ ਮਲ। ਉਹ ਗੁਰੂ ਕੇ ਸਿੱਖ ਸਨ ਤੇ ਪੰਥ ਖਾਲਸੇ ਜਿਹਨੂੰ ਮਿੱਠਾ ਮਾਲੀ ਕਹਿੰਦੇ ਸਨ। ਹਾਂਜੀ, 10 ਲੱਖ ਟਕੋ ਦਿਓ ਤੇ ਲਿਖ। ਦੀਵਾਨ ਕੌੜਾ ਮਲ ਨੇ ਮੀਰ ਮਨੂ ਨਾਲ ਗੱਲ ਕੀਤੀ। ਉਹ ਕਿਹਾ ਜੇ ਮੈਂ ਤੈਨੂੰ 10 ਲੱਖ ਦੇ ਦਿਆਂ ਤੇ ਤੂੰ ਲੱਖੂ ਮੇਰੇ ਹਵਾਲੇ ਕਰ ਦੇਵੇਂਗਾ? ਹਾਂਜੀ, ਜਿਮ ਜਿਮ ਸਿੱਖਾਂ ਨੂੰ ਦੁੱਖ ਦਿਓ। ਉਹਨੇ ਸਾਰੀ ਗੱਲ ਮੀਰ ਮਨੂ ਨੂੰ ਦੱਸੀ ਕਿ ਮੀਰ ਮਨੂ ਜੀ, ਇਹ ਜਿਹੜਾ ਲੱਖੂ ਹੈ ਇਹ ਬੜਾ ਕਾਤਲ ਹੈ। ਇਹਨੇ ਗੁਰੂ ਕੇ ਸਿੱਖ ਮਾਰੇ ਬੇਦੋਸ਼ੇ। ਤੁਸੀਂ ਆਏ ਹੋ, ਜੀ ਆਇਆਂ ਨੂੰ ਲਾਹੌਰ ਦੇ ਵਿੱਚ, ਪਰ ਇਸ ਬੰਦੇ ਨੂੰ ਮੇਰੇ ਹਵਾਲੇ ਕਰ ਦਿਓ। ਤਿਸ ਕੋ ਸਭੀ ਸੁਨਾਵਤ ਪਇਓ। ਦੀਵਾਨ ਕੌੜਾ ਮਲ ਨੇ ਮੀਰ ਮਨੂ ਦੇ ਕੰਨਾਂ ਵਿੱਚ ਸਾਰੀਆਂ ਗੱਲਾਂ ਪਾਈਆਂ ਜਿਹੜੀਆਂ ਲੱਖੂ ਨੇ ਕੀਤੀਆਂ ਸਨ। ਹਾਂਜੀ, ਦੋਹਰਾ ਆਪਣੇ ਹੀ ਚਕਰੈਲ ਸਿੰਘ ਤੈ ਫੜੇ ਲੈ ਬਿਦੋਸ਼। ਆਪਣੀ ਨੌਕਰੀ ਕਰਨ ਵਾਲੇ ਜਿਹੜੇ ਕਿ ਕੋਈ ਖਾੜਕੂ ਨਹੀਂ ਸਨ, ਘਰਾਂ 'ਚ ਰਹਿੰਦੇ ਸਨ, ਉਹਨਾਂ ਨੂੰ ਵੀ ਫੜ ਕੇ ਇਸ ਨੇ ਕਤਲ ਕਰਵਾਇਆ। ਸੋਮਵਤੀ ਨਹਿ ਮਾਰ ਤੂੰ ਕਹਿ ਰਹੇ ਲਾਹੌਰੀ ਜੋਸ਼। ਸਾਰੇ ਲਾਹੌਰ ਦੇ ਸਿਆਣੇ ਬੰਦੇ, ਦੀਵਾਨ ਲੱਛੀ ਮਲ, ਦੀਵਾਨ ਸੂਰਤ ਸਿੰਘ, ਦੀਵਾਨ ਕੌੜਾ ਮਲ, ਸੇਠ ਕਸ਼ਮੀਰੀ ਮਲ ਤੇ ਹੋਰ ਵੱਡੇ ਵੱਡੇ ਬੰਦਿਆਂ ਨੇ ਕਿਹਾ ਸੀ ਵੀ ਤੂੰ ਇਹਨਾਂ ਬੰਦਿਆਂ ਦਾ ਕਤਲ ਨਾ ਕਰ, ਬੇਦੋਸ਼ੀਆਂ ਦਾ, ਪਰ ਇਹ ਮੁੜਿਆ ਨਹੀਂ ਸੀ। ਤੇ ਹੁਣ ਤੁਸੀਂ ਆਏ ਹੋ ਵਜ਼ੀਰ ਜੀ ਤੇ ਤੁਸੀਂ ਹੁਣ ਇਹਨੂੰ ਮੇਰੇ ਹਵਾਲੇ ਕਰ ਦਿਓ। ਕੌੜਾ ਮਲ ਨੇ ਇਸ ਤਰੀਕੇ ਨਾਲ ਗੱਲ ਕੀਤੀ ਕਿ ਮੀਰ ਮਨੂ ਨੇ ਨਾਲੇ ਤਾਂ ਦੀਵਾਨ ਕੌੜਾ ਮਲ ਨੂੰ ਆਪਣਾ ਦੀਵਾਨ ਬਣਾਇਆ ਲਾਹੌਰ ਦਾ,
ਤੇ ਮੀਰ ਮਨੂ ਨੇ ਇਹਨੂੰ ਦੀਵਾਨ ਕੌੜਾਮਲ ਦੇ ਹਵਾਲੇ ਕਰ ਦਿੱਤਾ। ਲੱਖੂ ਨੂੰ ਜਿੰਨੇ ਪੈਸੇ ਸਨ ਉਹ ਦੀਵਾਨ ਜੀ ਨੇ ਆਪਣੇ ਕੋਲੋਂ ਭਰ ਕੇ ਲੱਖੂ ਕਾਬੂ ਕਰ ਲਿਆ ਤੇ ਕਾਬੂ ਕਰਕੇ ਖਾਲਸੇ ਦੇ ਹਵਾਲੇ ਕੀਤਾ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾ